ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਪਿਛਲੇ ਲੰਮੇ ਸਮੇਂ ਤੋਂ ਅਸੀਂ ਤੁਹਾਡੇ ਰੂਬਰੂ ਵੱਖ-ਵੱਖ ਡਾਕਟਰਸ ਨੂੰ ਇਸ ਕਰਕੇ ਲੈ ਕੇ ਆਉਂਦੇ ਰਹੇ ਹਾਂ ਤਾਂ ਕਿ ਜਿਹੜੀਆਂ ਬਿਮਾਰੀਆਂ ਤੋਂ ਲੋਕ ਪੀੜਿਤ ਨੇ ਵੱਖ-ਵੱਖ ਡਾਕਟਰਾਂ ਤੋਂ ਕੋਲ ਦੇ ਜਾ ਕੇ ਹਾਰ ਗਏ ਨੇ, ਜਿਨ੍ਹਾਂ ਕੋਲ ਡਾਕਟਰਾਂ ਕੋਲ ਜਾਣ ਤੋਂ ਬਾਅਦ ਵੀ ਇਹ ਨਹੀਂ ਪਤਾ ਲੱਗ ਪਾਉਂਦਾ ਕਿ ਸਾਨੂੰ ਬਿਮਾਰੀ ਕੀ ਹੈ ਤੇ ਇਹਦਾ ਇਲਾਜ ਕਿਸ ਤਰੀਕੇ ਨਾਲ ਹੋ ਰਿਹਾ। ਸਿਰਫ ਉਹ ਦਵਾਈਆਂ ਦਿੰਦੇ ਨੇ ਤੇ ਮਰੀਜ਼ ਘਰੇ ਜਾ ਕੇ ਦਵਾਈ ਖਾ ਕੇ ਤੇ ਉਸ ਤਰੀਕੇ ਦੇ ਨਾਲ ਉਹ ਉਸ ਨੂੰ ਸੰਤੁਸ਼ਟ ਨਹੀਂ ਹੋ ਪਾਉਂਦੇ। ਉਸ ਦੌਰਾਨ ਅਸੀਂ ਤੁਹਾਨੂੰ ਇਹ ਸ਼ੋਅ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਬਿਮਾਰੀ ਕੀ ਚੀਜ਼ ਹੈ, ਬਿਮਾਰੀ ਦੇ ਲੱਛਣ ਕੀ ਨੇ, ਉਸ ਦਾ ਇਲਾਜ ਕਿਸ ਤਰੀਕੇ ਹੋ ਰਿਹਾ ਸੀ, ਕਿਸ ਤਰੀਕੇ ਹੋਣਾ ਚਾਹੀਦਾ। ਤੇ ਬਹੁਤ ਸਾਰੇ ਡਾਕਟਰਸ ਵੱਲੋਂ ਜਿਹੜੀ ਆ ਉਹ ਆਪਣੀਆਂ ਪੱਧਤੀਆਂ ਦੇ ਅਨੁਸਾਰ ਜਿਹੜੇ ਉਸਦੇ ਜਿਹੜੇ ਉਹ ਦੱਸੇ ਜਾਂਦੇ ਨੇ, ਇਲਾਜ ਦੱਸੇ ਜਾਂਦੇ ਨੇ। ਇਸ ਦੌਰਾਨ ਤੁਹਾਡੇ ਸਾਹਮਣੇ ਰੂਬਰੂ ਅਜਿਹੇ ਮਰੀਜ਼ ਵੀ ਕੀਤੇ ਗਏ ਜਿਹੜੇ ਕਿ ਮਰੀਜ਼ਾਂ ਦੇ ਉੱਤੇ ਉਹਨਾਂ ਦੱਸੇ ਗਏ ਇਲਾਜਾਂ ਦਾ ਕਿਸ ਤਰੀਕੇ ਦੇ ਅਸਰ ਹੋਇਆ। ਜਿਹੜੇ ਡਾਕਟਰਾਂ ਨਾਲ ਇੰਟਰਵਿਊ ਕੀਤੀ ਉਹਨਾਂ ਵੱਲੋਂ ਜਦੋਂ ਇਲਾਜ ਕੀਤੇ ਗਏ ਤਾਂ ਉਹਨਾਂ ਮਰੀਜ਼ਾਂ ਦੇ ਉੱਤੇ ਨਤੀਜੇ ਕਿਸ ਤਰ੍ਹਾਂ ਨਿਕਲ ਕੇ ਆਏ ਤੇ ਉਹ ਮਰੀਜ਼ ਅੱਜ ਕਿਸ ਹਾਲਤ ਵਿੱਚ ਨੇ। ਅੱਜ ਜਿਹੜਾ ਮਹਿਮਾਨ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ, ਬੇਸਿਕਲੀ ਇਹਨਾਂ ਦਾ ਬੱਚਾ ਬਿਮਾਰ ਸੀ। ਬੱਚੇ ਨੂੰ ਅਸੀਂ ਕੁਛ ਮਜਬੂਰੀਆਂ ਕਾਰਨ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਦੇ, ਕੁਛ ਹਿਦਾਇਤਾਂ ਨੇ ਸਾਨੂੰ ਵੀ, ਅਸੀਂ ਬੱਚੇ ਨੂੰ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਦੇ, ਲੇਕਿਨ ਮਾਂ-ਬਾਪ ਸਾਡੇ ਰੂਬਰੂ ਨੇ। ਇਹਨਾਂ ਦੇ ਬੱਚੇ ਨੂੰ ਬੋਨ ਮੈਰੋ ਦੀ ਇੱਕ ਅਜਿਹੀ ਬਿਮਾਰੀ ਸੀ ਜਿਸ ਦਾ ਚਾਰੇ ਪਾਸੋਂ ਇਹਨਾਂ ਸਾਰੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਸੀ। PGI ਦੇ ਡਾਕਟਰਾਂ ਨੇ ਇਹਨਾਂ ਨੂੰ ਇਹ ਕਹਿ ਦਿੱਤਾ ਸੀ ਕਿ ਪੂਰਾ ਦਾ ਪੂਰਾ ਸਰੀਰ ਦਾ ਹੱਡੀਆਂ ਦੇ ਵਿੱਚੋਂ ਬੋਨ ਮੈਰੋ ਟਰਾਂਸਪਲਾਂਟ ਕੀਤਾ ਜਾਏਗਾ, ਬਦਲਿਆ ਜਾਏਗਾ, ਦੂਜਾ ਬੋਨ ਮੈਰੋ ਪਾਇਆ ਜਾਏਗਾ। ਤਾਂ ਉਹਦਾ ਖਰਚਾ, ਬੋਨ ਮੈਰੋ ਟਰਾਂਸਪਲਾਂਟ ਦਾ ਜਿਹੜਾ ਖਰਚਾ ਜਿਹੜਾ ਸੀ PGI ਦੇ ਡਾਕਟਰਾਂ ਨੇ 35 ਲੱਖ ਦੱਸਿਆ ਸੀ। ਤੇ ਬਾਕੀ ਜੇਕਰ ਕਿਸੇ ਡੋਨਰ ਤੋਂ ਬੋਨ ਮੈਰੋ ਟਰਾਂਸਪਲਾਂਟ ਲਿੱਤਾ ਜਾਂਦਾ ਤਾਂ ਉਹਦੀ ਫੀਸ ਜਿਹੜੀ ਸੀ ਉਹ ਵੱਖਰੀ ਹੋਣੀ ਸੀ। ਕਿੱਦਾਂ ਇਹ ਹਾਲਾਤ 'ਚ ਪਹੁੰਚ ਗਏ ਕਿ ਡਾਕਟਰ ਕਿਹੜੇ ਡਾਕਟਰਾਂ ਕੋਲ ਗਏ, ਮਾਨਸਿਕ ਤੌਰ ਦੇ ਉੱਤੇ ਕਿੱਦਾਂ ਦੀ ਪੀੜਾ ਇਹਨਾਂ ਨੇ ਸਹੀ ਤੇ ਬੱਚੇ ਨੇ ਸਰੀਰਕ ਤੌਰ 'ਤੇ ਪੀੜਾ ਕਿੱਦਾਂ ਦੀ ਸਹੀ, ਉਸ ਦੌਰਾਨ ਕਿੱਦਾਂ ਦੇ ਹਾਲਾਤਾਂ ਦੇ ਵਿੱਚੋਂ ਲੰਘੇ, ਕੀ ਅਜਿਹਾ ਹੋਇਆ ਜਿਹੜਾ ਅੱਜ ਇਹ ਇਹਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਨਜ਼ਰ ਆ ਰਹੀ ਹੈ। ਆਪਾਂ ਇਹਨਾਂ ਤੋਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਮਨਦੀਪ ਕੌਰ ਹੈ ਜੀ। ਮੈਂ ਬੱਚੇ ਦੀ ਮੰਮੀ ਹਾਂ। ਮੇਰੀ ਗੁੜੀ, ਹਾਂਜੀ, ਅਸੀਂ ਹਾਂਸਪੁਰ ਜ਼ਿਲ੍ਹਾ ਫਤਿਆਬਾਦ ਦੇ ਰਹਿਣ ਵਾਲੇ ਹਾਂ। ਤੇ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਆਲਮਜੀਤ ਸਿੰਘ ਹੈ ਜੀ। ਮੈਂ ਬੱਚੇ ਦਾ ਪਿਤਾ। ਹਾਂਸਪੁਰ ਹੈ ਜੀ ਸਾਡਾ ਵਿਲੇਜ, ਫਤਿਆਬਾਦ ਡਿਸਟ੍ਰਿਕਟ ਹੈ, ਹਰਿਆਣਾ ਤੋਂ। ਹਾਂਜੀ, ਪੰਜਾਬ ਪੁਲਿਸ 'ਚ ਜੀ। ਅੱਛਾ ਭੈਣ ਜੀ, ਮੈਨੂੰ ਇਹ ਦੱਸੋ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਤੇ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਉਸ ਨੂੰ ਕੋਈ ਜਿਹੜੀ ਆ ਇੱਕ ਵੱਡੀ ਪ੍ਰੋਬਲਮ ਆ ਚੁੱਕੀ ਹੈ? ਹੁਣ ਮੇਰਾ ਬੱਚਾ ਜੀ 6.5 ਸਾਲ ਦਾ ਹੈ, ਬਟ ਜਦੋਂ ਇਹਨੂੰ ਪ੍ਰੋਬਲਮ ਆਈ ਸੀ ਉਦੋਂ 3 ਸਾਲ ਦੀ ਸੀ ਮੇਰੀ ਗੁੜੀਆ। ਤਾਂ ਇਹ ਪ੍ਰੋਬਲਮ ਵੱਧਦੀ 3 ਸਾਲ ਬਹੁਤ ਜ਼ਿਆਦਾ ਮਤਲਬ ਦਵਾਈਆਂ ਦੇ ਵਿੱਚ ਰਹੀ ਹੈ, ਅੰਗਰੇਜ਼ੀ ਦਵਾਈਆਂ ਦੇ ਵਿੱਚ, ਜਿਨ੍ਹਾਂ ਦਾ ਮਤਲਬ ਫਾਇਦਾ ਤਾਂ ਕੋਈ ਹੋਇਆ ਨਹੀਂ, ਸਾਨੂੰ ਨੁਕਸਾਨ ਹੀ ਹੋਇਆ ਬਹੁਤ ਜ਼ਿਆਦਾ। ਤਾਂ ਹਾਂਜੀ, ਸਟਾਰਟਿੰਗ ਦੇ ਵਿੱਚ ਜਦੋਂ ਮਤਲਬ ਇਹ ਪ੍ਰੋਬਲਮ ਆਈ ਸੀ ਤਾਂ ਪਹਿਲਾਂ ਆਮ ਅਸੀਂ ਡਾਕਟਰਾਂ ਕੋਲੋਂ ਲੈਂਦੇ ਰਹੇ ਦਵਾਈਆਂ। ਜਦੋਂ ਨਾ ਫਰਕ ਪੈਣ ਕਰਕੇ ਫਿਰ ਅਸੀਂ PGI 'ਚ ਐਡਮਿਟ ਕਰਵਾਇਆ ਬੱਚੇ ਨੂੰ। PGI ਦੇ ਵਿੱਚ ਚਲੋ ਉਹਨਾਂ ਨੇ ਇੱਕ ਵਾਰ ਮੌਤ ਦੇ ਮੂੰਹ 'ਚੋਂ ਤਾਂ ਕੱਢ ਲਿਆ ਬੱਚੇ ਨੂੰ, ਪਰ ਮਤਲਬ ਉੱਥੇ ਉਹਨਾਂ ਨੇ ਡਾਇਗਨੋਸ ਕੀਤਾ ਬਿਮਾਰੀ HLH ਨਾਮ ਦੀ ਬਿਮਾਰੀ ਮੇਰੀ ਗੁੜੀਆ ਦੀ ਡਾਇਗਨੋਸ ਹੋਈ। ਤਾਂ ਉਹ ਬਿਮਾਰੀ ਪਤਾ ਚੱਲਣ ਤੋਂ ਬਾਅਦ ਉਹਨਾਂ ਨੇ ਜੋ ਉਹਦਾ ਇਲਾਜ ਬਣਦਾ ਸੀ ਉਹਨਾਂ ਨੇ ਕੀਤਾ, ਬਟ ਸਟੀਰੋਇਡ ਇੰਨੇ ਕੁ ਹੈਵੀ ਲੱਗ ਚੁੱਕੇ ਸੀ, ਮਤਲਬ ਗੁੜੀਆ ਇੱਕ ਵਾਰ ਤਾਂ ਬਚ ਚੁੱਕੀ ਸੀ ਪਰ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਸੀ, ਸਿਰ ਦੇ ਵਾਲ ਝੜ ਗਏ, ਬਹੁਤ ਬੁਰਾ ਹਾਲ ਹੋ ਗਿਆ ਸੀ ਜੀ। ਤਾਂ ਉਸ ਤੋਂ ਬਾਅਦ ਅਸੀਂ 3 ਸਾਲ ਇਹਨੇ ਠੀਕ ਹੋ ਜਾਣਾ, ਸਟੀਰੋਇਡ ਫਿਰ ਦੁਬਾਰਾ ਸ਼ੁਰੂ ਕਰਨੇ, ਠੀਕ ਹੋ ਜਾਣਾ, ਫਿਰ ਇੱਦਾਂ ਚੱਲਦਾ ਰਿਹਾ 3 ਸਾਲ। ਪਰ ਉਸ ਤੋਂ ਬਾਅਦ 3 ਸਾਲਾਂ ਬਾਅਦ ਵੀ ਠੀਕ ਤਾਂ ਕੀ ਹੋਣਾ ਸੀ, ਉਸ ਤੋਂ ਬਾਅਦ ਸਟੀਰੋਇਡ ਦੇ ਸਾਈਡ ਇਫੈਕਟ ਆਉਣ ਲੱਗ ਗਏ, ਇਹਦਾ ਮੋਟਾਪਾ ਬਹੁਤ ਜ਼ਿਆਦਾ ਵੱਧ ਗਿਆ, ਸ਼ੂਗਰ ਦੀ ਪ੍ਰੋਬਲਮ ਆ ਗਈ ਮੇਰੀ ਗੁੜੀਆ ਨੂੰ। ਜਦੋਂ ਸ਼ੂਗਰ ਦੀ ਪ੍ਰੋਬਲਮ ਆਈ ਤਾਂ ਉੱਥੇ ਮਤਲਬ ਡਾਇਗਨੋਸ ਹੋਇਆ ਵੀ ਹੁਣ ਇਸ ਨੂੰ ਨਾਲ ਸ਼ੂਗਰ ਵੀ ਹੋ ਚੁੱਕੀ ਹੈ। ਪਹਿਲਾਂ ਹੀ ਅਸੀਂ ਇੰਨੀ ਵੱਡੀ ਬਿਮਾਰੀ ਦੇ ਨਾਲ ਪੀੜਤ ਹੋ ਚੁੱਕੇ ਸੀ, ਸਾਡੀ ਜ਼ਿੰਦਗੀ ਬਿਲਕੁਲ ਖਤਮ ਹੋ ਚੁੱਕੀ ਸੀ। ਤਾਂ ਇੱਕ ਹੋਰ ਬਿਮਾਰੀ ਨਾਲ ਸ਼ੂਗਰ ਵੀ ਇੱਕ ਨਾਮੁਰਾਦ ਬਿਮਾਰੀ ਹੈ। ਜਦੋਂ ਉਹ ਵੀ ਹੋ ਗਈ ਤਾਂ ਅਸੀਂ ਬਿਲਕੁਲ ਹਾਰ ਚੁੱਕੇ ਸੀ। ਤਾਂ ਉਸ ਤੋਂ ਬਾਅਦ ਅਸੀਂ ਉੱਧਰ ਟਰਾਂਸਪਲਾਂਟ ਵਾਸਤੇ ਸਾਨੂੰ ਡਾਕਟਰਾਂ ਨੇ ਸੁਜੈਸਟ ਕਰ ਦਿੱਤਾ ਵੀ ਜੋ ਤੁਹਾਡੀ ਗੁੜੀਆ ਨੂੰ ਇਹ ਬਿਮਾਰੀ ਹੈ ਇਹਦੇ ਲਈ ਟਰਾਂਸਪਲਾਂਟ ਕਰਨਾ ਪਏਗਾ। ਤਾਂ ਉਹਦੇ ਲਈ ਅਸੀਂ ਫੇਸਬੁੱਕ 'ਤੇ ਪੋਸਟ ਪਾਈ ਆਪਣੀ ਗੁੜੀਆ ਦੀ। ਤਾਂ ਉਹ ਫੇਸਬੁੱਕ 'ਤੇ, ਹਾਂਜੀ, ਫੇਸਬੁੱਕ 'ਤੇ ਕੀ ਲਿਖਿਆ? ਫੇਸਬੁੱਕ 'ਤੇ ਅਸੀਂ ਲਿਖਿਆ ਸੀ ਵੀ ਮਤਲਬ ਇਹ ਗੁੜੀਆ ਦੇ ਲਈ ਡੋਨਰ ਚਾਹੀਦਾ
ਤੇ ਇੱਕ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵੀ ਸਾਨੂੰ ਮਤਲਬ ਹੈਲਪ ਕੀਤੀ ਜਾਵੇ। ਕਿੰਨਾ ਪੈਸਾ ਕਿਹਾ ਸੀ ਡਾਕਟਰਾਂ ਨੇ? ਸਾਨੂੰ ਡਾਕਟਰ ਨੇ 35-40 ਲੱਖ ਦੇ ਕਰੀਬ ਸਾਨੂੰ ਕਿਹਾ ਸੀ, ਤਾਂ ਉਹ ਹਾਲੇ ਪ੍ਰੋਸੀਜਰ ਦੇ ਵਿੱਚ ਅਸੀਂ ਅੱਗੇ ਚੱਲਦੇ ਤਾਂ ਪਤਾ ਨਹੀਂ ਕੀ ਕੁਝ ਹੋਣਾ ਸੀ, ਬਟ ਜੋ ਸਾਨੂੰ ਐਸਟੀਮੇਟ ਦਿੱਤਾ ਗਿਆ ਇਹ 35-40 ਲੱਖ ਦੇ ਕਰੀਬ ਦਿੱਤਾ ਗਿਆ, ਜੋ ਡੋਨਰ ਵਗੈਰਾ ਸੀ। ਕੀ ਕਿਹਾ ਸੀ ਐਗਜ਼ੈਕਟ, ਕੀ ਕਿਹਾ ਸੀ ਡਾਕਟਰ ਨੇ ਜਦੋਂ ਤੁਸੀਂ ਡਾਕਟਰ ਪੀਜੀਆਈ ਦੇ ਡਾਕਟਰ ਕੋਲੇ ਟ੍ਰਾਂਸਪਲਾਂਟ ਦੀ ਸਲਾਹ ਲੈਣ ਗਏ ਸੀ? ਐਗਜ਼ੈਕਟ ਵਰਡਿੰਗ ਕੀ ਸੀ ਡਾਕਟਰਾਂ ਦੀ? ਡਾਕਟਰ ਅਲਕਾ ਖਣਵਾਲ, ਚਲੋ ਉੱਥੇ ਪੀਜੀਆਈ ਦੇ ਵਿੱਚ ਜਿਹੜੇ ਡਾਕਟਰ ਨੇ ਟ੍ਰਾਂਸਪਲਾਂਟ ਜਿਹੜੇ ਕਰਦੇ ਆ, ਤਾਂ ਉਹਨਾਂ ਨੇ ਸਾਨੂੰ ਮਾਤਾ ਪਿਤਾ ਦੀ ਸਪੈਸ਼ਲ ਮੀਟਿੰਗ ਰੱਖੀ, ਉਹਨਾਂ ਨੇ ਸਾਨੂੰ ਬੁਲਾਇਆ, ਤਾਂ ਉਹਨਾਂ ਨੇ ਕਲੀਅਰਲੀ ਦੱਸ ਦਿੱਤਾ ਸਾਰਾ ਕੁਝ, ਕਿਉਂਕਿ ਇਹ ਡਿਸੀਜ਼ ਇੰਨੀ ਵੱਡੀ ਹੈ, ਟ੍ਰਾਂਸਪਲਾਂਟ ਦਾ ਪ੍ਰੋਸੀਜਰ ਇੰਨਾ ਜ਼ਿਆਦਾ ਵੱਡਾ ਹੈ, ਕਿਉਂਕਿ ਮਤਲਬ ਡਾਕਟਰ ਇਹਦੇ ਵਿੱਚ ਕੋਈ ਓਲਾ ਨਹੀਂ ਰੱਖਣਾ ਚਾਹੁੰਦੇ। ਤਾਂ ਮੈਨੂੰ ਵਧੀਆ ਲੱਗੀ ਉਹਨਾਂ ਦੀ ਇਹ ਗੱਲ ਵੀ ਉਹਨਾਂ ਨੇ ਸਾਨੂੰ ਸਾਰਾ ਕੁਝ ਕਲੀਅਰਲੀ ਦੱਸਿਆ, ਪਰ ਸਾਡੇ ਉਦੋਂ ਇੱਕਦਮ ਰੌਂਗਟੇ ਖੜੇ ਹੋ ਗਏ ਸੁਣ ਕੇ। ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਮਤਲਬ ਬੱਚਾ ਤੁਹਾਡਾ ਕੋਈ ਪਤਾ ਨਹੀਂ ਬਚੇ ਕਿ ਨਾ, ਤੁਹਾਡੀ ਇੰਨਾ ਪੈਸਾ ਲੱਗ ਸਕਦਾ ਵੀ ਤੁਹਾਡੀ ਲਾਈਫ ਵੀ ਰੋਡ ਤੇ ਆ ਸਕਦੀ ਹੈ। ਹਾਂਜੀ, ਸੜਕ ਤੇ ਆ ਜਾਓਗੇ, ਤੇ ਬਟ ਫਿਰ ਵੀ ਕੋਈ ਪਤਾ ਨਹੀਂ ਤੁਹਾਡਾ ਬੱਚਾ ਬਚੇ ਕਿ ਨਾ। ਪਰ ਅਸੀਂ ਕੀ ਕਰਦੇ, ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ। ਆਪਣੇ ਬੱਚੇ ਦੇ ਲਈ ਤਾਂ ਹਰ ਕੋਈ ਪੇਰੈਂਟਸ ਸਾਰਾ ਕੁਝ ਹੀ ਕਰਦਾ ਜੀ। ਸਾਰਾ ਕੁਝ ਕਰਦਾ। ਮੈਂ ਇੱਕ ਪਿਤਾ ਤੋਂ ਜਾਣਨਾ ਚਾਹਾਂਗਾ ਕਿ ਜਿਸ ਵੇਲੇ ਬੱਚਾ ਵੀ ਬਿਮਾਰ ਹੈ, ਪਰਿਵਾਰ ਵੀ ਬਹੁਤ ਜ਼ਿਆਦਾ ਮਾਨਸਿਕ ਪੀੜਾ ਦੇ ਵਿੱਚੋਂ ਲੰਘ ਰਿਹਾ ਹੈ, ਬੱਚਾ ਤੁਹਾਡਾ ਸਾਹਮਣੇ ਤਿਲ ਕਰ ਮੌਤ ਵੱਲ ਵੱਧ ਰਿਹਾ ਹੈ, ਤੇ ਉਸ ਵੇਲੇ ਇੱਕ ਪਿਤਾ ਦੀ ਕੀ ਹਾਲਤ ਸੀ, ਤੇ ਜਦੋਂ ਉਹਨਾਂ ਨੇ ਪੈਸੇ ਦੀ ਗੱਲ ਕੀਤੀ ਤੇ ਉਸ ਵੇਲੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ? ਮਨ ਦੇ ਵਿੱਚ ਤੇ ਸਰ ਇਹ ਚੱਲ ਰਿਹਾ ਸੀਗਾ ਵੀ ਇੰਨਾ ਜ਼ਿਆਦਾ ਪੈਸੇ ਦਾ ਇੰਤਜ਼ਾਮ ਕਿਵੇਂ ਹੋਏਗਾ, ਪਰ ਇਹ ਵੀ ਸੀਗੇ ਵੀ ਬੱਚੇ ਨੂੰ ਬਚਾਉਣਾ ਵੀ ਜ਼ਰੂਰ ਹੈ, ਕਿਉਂਕਿ ਆਪਣੀ ਇੱਕ ਹਿਸਾਬ ਨਾਲ ਅੰਦਰ ਹੁੰਦੀ ਹੈ ਬੱਚਾ, ਵੀ ਉਹਨੂੰ ਬਚਾਉਣ ਦੀ ਵੀ ਬਹੁਤ ਵੱਡੀ ਸਾਡੇ ਅੱਗੇ ਜ਼ਿੰਮੇਵਾਰੀ ਸੀਗੀ। ਕੀ ਇੰਨੇ ਪੈਸੇ ਦਾ ਇੰਤਜ਼ਾਮ ਸੀ ਤੁਹਾਡੇ ਕੋਲ, ਜਿਹੜਾ ਤੁਹਾਨੂੰ 40 ਲੱਖ 35-40 ਲੱਖ ਕਹਿਤਾ ਸੀ, ਇੰਨੇ ਪੈਸੇ ਦਾ ਇੰਤਜ਼ਾਮ ਸੀ, ਜਾਂ ਕਿੰਨੇ ਕੁ ਪੈਸੇ ਤੁਸੀਂ ਕਰ ਸਕਦੇ ਸੀ ਜ਼ੋਰ ਵੀ ਲਾਉਂਦੇ? ਬਿਲਕੁਲ ਵੀ ਸਾਡੇ ਕੋਲ ਤਾਂ ਕੋਈ ਇੰਤਜ਼ਾਮ ਨਹੀਂ ਸੀ, ਕਿਉਂਕਿ ਇਸ ਤੋਂ ਪਹਿਲਾਂ ਵੀ 2-3 ਵਾਰ ਪੀਜੀਆਈ 'ਚ ਇਲਾਜ ਇਹਦਾ ਐਡਮਿਟ ਹੋ ਕੇ ਚੱਲ ਚੁੱਕਿਆ ਸੀਗਾ। ਜਿਹੜੇ ਸਾਡੇ ਕੋਲ ਹੁੰਦੇ ਸੀਗੇ ਜਮ੍ਹਾਂ ਹੁੰਦੇ ਸੀ ਕੋਲ, ਉਹ ਐਂ ਹੀ ਲੱਗ ਗਏ ਸੀਗੇ ਪਹਿਲਾਂ ਹੀ, ਅਸੀਂ ਪਹਿਲਾਂ ਹੀ ਕਰਜ਼ੇ 'ਚ ਸੀਗੇ, ਸਾਡੇ ਕੋਲ ਬਿਲਕੁਲ ਵੀ ਕੋਈ ਪੂੰਜੀ ਕੋਲ ਹੈ ਨਹੀਂ ਸੀਗੀ। ਫਿਰ ਉਸ ਵਾਸਤੇ ਮੈਂ ਡਿਪਾਰਟਮੈਂਟ ਤੋਂ ਦੇ ਥਰੂ ਲੋਨ ਲੈਣ ਦੀ ਫਿਰ ਫਾਈਲ, ਕਰਜ਼ਾ ਲੈਣ। ਕਿੰਨਾ ਕਰਜ਼ਾ ਕਿਹਾ? 25 ਲੱਖ ਵਾਸਤੇ ਮੈਂ ਫਾਈਲ ਲਗਾਈ ਸੀਗੀ ਡਿਪਾਰਟਮੈਂਟ ਦੇ ਥਰੂ, ਵੀ ਉਹ ਤੋਂ ਪਹਿਲਾਂ ਵੀ ਮਿਲ ਜਾਵੇ, ਇਲਾਜ ਦੇ ਦੌਰਾਨ ਜਿਹੜਾ ਮਿਲ ਜਾਂਦਾ ਹੈ ਪੈਸਾ, ਉਹ ਲਗਾ ਕੇ ਫਾਈਲ। ਫਿਰ ਉਸ ਤੋਂ ਬਾਅਦ ਹੋਰ NGOs ਵਗੈਰਾ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿੱਧਰ ਵੀ ਫੋਨ ਕਰਦੇ ਸੀਗੇ ਕੋਈ ਚਲੋ 1-2 ਲੱਖ ਦੀ ਤਾਂ ਕੋਈ ਹੈਲਪ ਕਰ ਦਿੰਦਾ, ਪਰ ਇੰਨੇ ਵੱਡੇ ਖਰਚੇ ਵਾਸਤੇ NGOs ਦੇ ਵੀ ਹੱਥ ਖੜੇ ਸੀਗੇ ਸਾਰਿਆਂ ਦੇ, ਵੀ ਕਿਸੇ ਨੇ ਬਾਂਹ ਨਹੀਂ ਫੜੀ। ਫਿਰ ਮੈਂ ਜਿਹੜੀ ਐਡ ਦਿੱਤੀ ਸੀ ਫੇਸਬੁੱਕ 'ਤੇ, ਉਸ ਨੂੰ ਫਿਰ ਬਾਬਾ ਜਮੇਰ ਸਿੰਘ ਜੀ ਨੇ ਉਹਨਾਂ ਨੇ ਦੇਖਿਆ। ਕਿੱਥੋਂ ਦੇ ਨੇ ਬਾਬਾ ਜਮੇਰ ਸਿੰਘ, ਥੋੜਾ ਡਿਟੇਲ ਦੱਸੋ। ਇਹ ਮੋਗਾ ਤੋਂ ਨੇ ਜੀ। ਹਾਂਜੀ, ਉਹਨਾਂ ਨੇ ਦੇਖਿਆ, ਉਹਨਾਂ ਦੇ ਥਰੂ ਫਿਰ ਸਾਡੀ ਨਾਗੀ ਸਾਹਿਬ ਨਾਲ ਗੱਲ ਹੋਈ। ਫਿਰ ਉਸ ਤੋਂ ਬਾਅਦ ਨਾਗੀ ਸਾਹਿਬ ਜੀ ਦੇ ਥਰੂ, ਨਾਗੀ ਸਾਹਿਬ ਜਿਨ੍ਹਾਂ ਦੀ ਮੈਂ ਇੰਟਰਵਿਊ ਕੀਤੀ ਸੀ, ਜਿਹੜੇ ਵੈਲਨੈਸ ਸੈਂਟਰ ਚਲਾ ਰਹੇ ਨੇ। ਹਾਂਜੀ 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 ਹਾਂਜੀ, ਉਹਨਾਂ ਨਾਲ ਹੀ। ਉਸ ਤੋਂ ਬਾਅਦ ਉਹਨਾਂ ਦੇ ਥਰੂ ਅਸੀਂ ਡਾਕਟਰ ਵਰਿੰਦਰ ਭੁੱਲਰ ਜੀ ਨਾਲ ਸਾਡੀ ਫੋਨ 'ਤੇ ਹੀ ਗੱਲ ਹੋਈ। ਸਾਰਾ ਕੁਝ ਵੀ ਉਹਨਾਂ ਨੇ ਫੋਨ 'ਤੇ ਸਾਨੂੰ ਗਾਈਡਲਾਈਨਸ ਦਿੱਤੀਆਂ, ਜੋ ਵੀ ਇਸ ਬੱਚੇ ਦੇ ਇਲਾਜ ਵਾਸਤੇ। ਉਹਨਾਂ ਨੇ ਪੂਰੀ ਸ਼ੋਰਟੀ ਲਈ ਵੀ ਹਾਂ ਇਸ ਬੱਚੇ ਨੂੰ ਅਸੀਂ ਠੀਕ ਕਰ ਦੇਵਾਂਗੇ। ਅੱਗੇ ਪੁੱਛਦਾ, ਤੁਸੀਂ ਇਹ ਦੱਸੋ ਜੀ ਕਿ ਜਦੋਂ ਤੁਹਾਡੇ ਬੱਚੇ ਦੀ ਹਾਲਤ ਮਾੜੀ ਸੀ, ਪੈਸਾ ਤੁਹਾਡੇ ਕੋਲ ਹੈ ਨਹੀਂ ਸੀ, ਡਾਕਟਰਾਂ ਨੇ ਇੰਨਾ ਵੱਡਾ ਖਰਚਾ ਦੱਸ ਦਿੱਤਾ, ਬੱਚਾ ਤੁਸੀਂ ਤਕਲੀਫ 'ਚ ਦੇਖ ਰਹੇ ਸੀ, ਮਨ ਦੀ ਕੀ ਕੰਡੀਸ਼ਨ ਸੀ ਉਸ ਵੇਲੇ? ਮਨ ਦੀ ਕੰਡੀਸ਼ਨ ਤਾਂ ਜੀ ਹੁਣ ਕੀ ਦੱਸੀਏ, ਉਹ ਤਾਂ ਅੱਜ ਵੀ ਸਾਨੂੰ ਬਹੁਤ ਉਹ ਟਾਈਮ ਸੋਚ ਕੇ ਬਹੁਤ ਦੁੱਖ ਹੁੰਦਾ ਹੈ, ਪਰ ਇੱਕ ਸਾਨੂੰ ਖੁਸ਼ੀ ਵੀ ਹੈ, ਪਰ ਇੱਕ ਸੁਪਨਾ ਜਿਹਾ ਲੱਗਦਾ ਹਾਲੇ ਵੀ। ਉਸ ਵੇਲੇ ਕੀ ਕੰਡੀਸ਼ਨ ਸੀ, ਹਾਲਾਤ ਕੀ ਸੀ ਮਨ ਦੇ ਵਿੱਚ ਜਦੋਂ ਤੁਹਾਨੂੰ ਡਾਕਟਰ ਨੇ ਦੱਸਿਆ ਤੇ ਤੁਹਾਡੇ ਕੋਲ ਪੈਸੇ ਨਹੀਂ ਸੀ? ਹਾਂਜੀ, ਬਹੁਤ ਬੁਰਾ ਹਾਲ ਸੀ। ਕੋਸ਼ਿਸ਼ ਕਰ ਰਹੇ ਸੀ ਵੀ ਇੱਧਰੋਂ ਵੀ ਸਾਨੂੰ ਪੈਸਾ ਬਣ ਜੇ, ਉੱਧਰੋਂ ਵੀ ਬਣ ਜੇ, ਪਰ ਆਪਣੇ ਤੁਸੀਂ, ਮੈਨੂੰ ਲੱਗਦਾ ਕਿ ਤੁਸੀਂ ਆਪਣੇ ਪੇਕਿਆਂ ਨੂੰ ਵੀ ਕਿਹਾ ਹੋਣਾ, ਸਹੁਰਿਆਂ ਨੂੰ ਵੀ ਕਿਹਾ ਹੋਣਾ, ਹਰ ਪਾਸੇ ਕਿਹਾ। ਅਸੀਂ ਆਪਣੀ ਜ਼ਮੀਨ ਵੀ ਲਾ ਦਿੱਤੀ ਸੀ ਪਿੰਡ ਦੇ ਵਿੱਚ, ਪੁੱਛ ਲਿਆ ਸੀ ਸਾਰਿਆਂ ਨੂੰ, ਮਤਲਬ ਕੋਈ ਲੈਣ ਦਾ ਚਾਹਵਾਨ ਹੈਗਾ, ਪਰ ਉਹ ਕਰੋਨਾ ਦਾ ਸੀਜ਼ਨ ਚੱਲ ਰਿਹਾ ਸੀ, ਉਦੋਂ ਪੈਸੇ ਤੋਂ ਹਰ ਕੋਈ ਤੰਗੀ ਸੀ ਸਾਰਿਆਂ ਨੂੰ, ਕੋਈ ਸਾਨੂੰ ਕਲੀਅਰ ਦੱਸ ਨਹੀਂ ਰਿਹਾ ਸੀ ਵੀ ਅਸੀਂ ਤੁਹਾਨੂੰ ਇੰਤਜ਼ਾਮ ਕਰਕੇ ਦੇ ਦਾਂਗੇ। ਸਾਨੂੰ ਉੱਧਰੋਂ ਵੀ ਸਾਨੂੰ ਬਹੁਤ ਟੈਨਸ਼ਨ ਸੀ ਵੀ ਚਲੋ ਜਿਹੜਾ ਹੈਗਾ ਕੋਲ ਉਹ ਦੇ ਕੇ ਵੀ ਪੈਸਾ ਮਿਲਣ ਦੀ ਆਸ ਨਹੀਂ ਹੈਗੀ ਸੀ। ਇਹ ਵੀ ਨਾਲੇ ਪੱਕਾ ਨਹੀਂ ਸੀਗਾ ਵੀ ਜੇ ਜਿੰਨੇ ਪੈਸੇ ਲਾ ਵੀ ਦਿਓਗੇ ਤਾਂ ਵੀ ਬੱਚਾ ਬਚ ਜਾਏਗਾ ਕਿ ਨਹੀਂ। ਹਾਂਜੀ, ਅਸੀਂ ਬੜੇ ਮਤਲਬ
ਬੜੇ ਦੁੱਖ ਨਾਲ ਅਸੀਂ ਕਰ ਰਹੇ ਸੀ, ਪਤਾ ਵੀ ਹੋਰ ਕੋਈ ਆਪਸ਼ਨ ਨਹੀਂ ਹੈਗਾ ਸੀ, ਪਰ ਇਹਦੀ ਚਾਂਸ ਕੋਈ ਨਹੀਂ ਸੀ ਲੱਗ ਰਹੇ ਸਾਨੂੰ। ਅਸੀਂ ਲੁਧਿਆਣਾ ਵੀ ਡਾਕਟਰਾਂ ਕੋਲੋਂ ਪੁੱਛਿਆ, ਇੱਧਰੋਂ ਇਹਨਾਂ ਨੇ ਫਾਈਲ ਵੀ ਲਾਤੀ ਵੀ ਚਲੋ ਜੇ ਕੋਈ ਪੈਸਾ ਮਿਲ ਗਿਆ ਤਾਂ ਸ਼ੁਰੂ ਕਰ ਲਾਂਗੇ, ਪਰ ਪਰਮਾਤਮਾ ਨੇ ਸਾਡੇ ਲਈ ਕੁਝ ਹੋਰ ਸੋਚ ਰੱਖਿਆ ਸੀ ਜੋ ਕਿ ਬਹੁਤ ਵਧੀਆ ਸੀ, ਤੇ ਅਸੀਂ ਅੱਜ ਉਹਦਾ ਪੂਰਾ ਆਨੰਦ ਮਾਣ ਰਹੇ ਹਾਂ ਜੀ। ਸਾਡਾ ਅੱਜ ਬੱਚਾ ਬਿਲਕੁਲ ਠੀਕ ਹੈ। ਤੇ ਜਦੋਂ ਬਾਬਾ ਅਜਮੇਰ ਸਿੰਘ ਜੀ ਨੂੰ ਮਿਲੇ ਤੁਸੀਂ, ਤੇ ਉਹਨਾਂ ਨੇ ਜਦੋਂ ਤੁਹਾਨੂੰ ਨਾਗੀ ਸਾਹਿਬ ਬਾਰੇ ਜਿਹੜਾ ਤੁਹਾਨੂੰ ਉਹਨਾਂ ਦੇ ਗੱਲ ਜ਼ਿਕਰ ਕੀਤਾ, ਮਨ ਦੇ ਵਿੱਚ ਆਇਆ ਵੀ ਬਾਬਾ ਜੀ ਕੀ ਕਹੀ ਜਾਂਦੇ ਨੇ, ਜਦੋਂ ਐਡੇ ਐਡੇ ਵੱਡੇ ਡਾਕਟਰ ਫੇਲ ਹੋ ਗਏ, ਉਹਨਾਂ ਨੇ ਕਹਿਤਾ 35-40 ਲੱਖ ਰੁਪਏ ਦਾ ਖਰਚਾ ਦੱਸੀ ਜਾਂਦੇ ਨੇ, ਇਹ ਕਿਹੜੇ ਚੱਕਰਾਂ 'ਚ ਪਾ ਰਹੇ ਨੇ ਬਾਬਾ ਜੀ ਸਾਨੂੰ? ਹਾਂਜੀ, ਜਦੋਂ ਪਹਿਲੀ ਵਾਰ ਗੱਲ ਹੋਈ ਸੀ ਵਿਸ਼ਵਾਸ ਬਿਲਕੁਲ ਨਹੀਂ ਬਣ ਰਿਹਾ ਸੀ, ਤਾਂ ਚਲੋ ਪਰਮਾਤਮਾ ਦੀ ਇਹ ਮਰਜ਼ੀ ਹੋਣ ਦਾ ਕਰਕੇ ਅਸੀਂ ਵਾਰ-ਵਾਰ, ਉਹ ਕਹਿੰਦੇ ਸੀ ਵੀ ਇੱਕ ਵਾਰੀ ਤੁਸੀਂ ਵਿਸ਼ਵਾਸ ਕਰਕੇ ਦੇਖੋ, ਬਟ ਵਿਸ਼ਵਾਸ ਸਾਡਾ ਇੰਨਾ ਕੁ ਡੋਲ ਚੁੱਕਿਆ ਸੀ ਪਹਿਲਾਂ ਹੀ ਵੀ ਅਸੀਂ ਬਹੁਤ ਧੱਕੇ ਖਾ ਚੁੱਕੇ ਸੀ, ਤੇ ਸਾਡਾ ਵਿਸ਼ਵਾਸ ਬਣ ਨਹੀਂ ਰਿਹਾ ਸੀ। ਚਲੋ ਜਿੱਦਾਂ ਵੀ ਹੋਇਆ, ਮਤਲਬ ਹੌਲੀ ਹੌਲੀ ਅਸੀਂ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਉਸ ਡਾਕਟਰਾਂ ਤੋਂ, ਅੰਗਰੇਜ਼ੀ ਦਵਾਈਆਂ ਵਾਲੇ ਡਾਕਟਰਾਂ ਤੋਂ ਲੁਕੋ ਕੇ ਅਸੀਂ ਦਵਾਈਆਂ ਸ਼ੁਰੂ ਕੀਤੀਆਂ। ਹੁਣ ਆਪਾਂ ਆਵਾਂਗੇ ਕਿ ਜਦੋਂ ਬਾਬਾ ਜੀ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਸਾਡੇ ਕਹਿਣ ਦੇ ਉੱਤੇ ਜਿਹੜਾ ਤੁਸੀਂ ਇੱਕ ਵਾਰੀ ਅਜਮਾ ਕੇ ਦੇਖੋ, ਤਾਂ ਪਹਿਲਾ ਖਰਚਾ ਜਿਹੜਾ ਸੀ ਉਹ ਬਾਬਾ ਜੀ ਦੇ ਕਹਿਣ ਦੇ ਉੱਤੇ ਕਿੰਨਾ ਕੀਤਾ ਸੀ? ਅਸੀਂ ਪਹਿਲੀ ਵਾਰ 2100 ਰੁਪਇਆ, ਹਾਂਜੀ ਤੇ ਫਿਰ ਤਾਂ ਪਰ ਮੇਰੇ ਕਿਉਂਕਿ ਅਸੀਂ ਪੈਸੇ ਤਾਂ ਪਹਿਲਾਂ ਵੀ ਬਹੁਤ ਲਾ ਰਹੇ ਸੀ, ਪਰ ਮਨ ਦੇ ਵਿੱਚ ਇਹ ਹੁੰਦਾ ਸੀ ਵੀ ਕਿਤੇ ਇਹ ਵੀ ਡੋਬੀ ਨਾ ਜਾਏ ਨਾ ਪੈਸਾ, ਕਿਉਂਕਿ ਉਦੋਂ ਤਾਂ ਥੋੜ੍ਹੇ ਪੈਸੇ ਦੀ ਵੀ ਲੋੜ ਸੀ, ਤਾਂ ਇੱਕਦਮ ਹੁੰਦਾ ਜ਼ਰੂਰ ਸੀ, ਪਰ ਇਹ ਵੀ ਸੋਚਦੇ ਸੀ ਵੀ ਹੁਣ ਹੋਰ ਆਪਸ਼ਨ ਹੈ ਨਹੀਂ, ਚਲੋ ਇਹੀ ਅਜਮਾ ਕੇ ਦੇਖ ਲੈਂਦੇ ਹਾਂ। ਇੰਨਾ 2100 ਦੀ ਦਵਾਈ ਲਿੱਤੀ, ਤਾਂ ਉਸ ਤੋਂ ਬਾਅਦ ਮਨ ਦੇ ਵਿੱਚ ਵਿਸ਼ਵਾਸ ਕਰਕੇ ਕਿੰਨੇ ਦਿਨ ਪੂਰਾ ਦਿੱਤਾ ਤੇ ਤੁਹਾਨੂੰ ਲੱਗਣ ਲੱਗ ਗਿਆ ਵੀ ਕੁਝ ਫਰਕ ਹੈ? ਅਸੀਂ 11-12 ਦੇ ਦਿਨਾਂ ਦੇ ਅਰਾਊਂਡ ਹੋ ਗਏ ਸੀ ਦਿਨ, ਜਦੋਂ ਸ਼ੂਗਰ ਦਾ ਥੋੜ੍ਹਾ ਫਰਕ ਪੈਣ ਲੱਗਿਆ ਨਾ। ਪਹਿਲਾਂ ਸ਼ੂਗਰ ਬਹੁਤ ਜ਼ਿਆਦਾ ਹੋ ਗਈ ਸੀ, ਮਤਲਬ ਸਟੀਰੋਇਡਸ ਦੇ ਜਿਹੜੇ ਸਾਈਡ ਇਫੈਕਟ ਹੋਏ ਉਹਨਾਂ ਦਾ ਕਰਕੇ ਸ਼ੂਗਰ ਬਹੁਤ, ਮੈਂ ਆਪ 3-4 ਵਾਰ ਸ਼ੂਗਰ ਚੈੱਕ ਕਰਕੇ 3-4 ਵਾਰ ਇੰਜੈਕਸ਼ਨ ਲਾਉਂਦੀ ਸੀ ਮੇਰੀ ਗੁੜੀਆ ਦੇ। ਹਾਂਜੀ, ਇਨਸੂਲਿਨ ਲਾਉਂਦੀ ਸੀ ਮੈਂ ਗੁੜੀਆ ਨੂੰ, ਤੇ ਬਟ ਇਹ ਪਹਿਲਾਂ ਹੀ ਬਹੁਤ ਤੰਗ ਹੋ ਚੁੱਕੀ ਸੀ ਇੰਨੀ ਬਿਮਾਰੀ ਤੋਂ, ਤਾਂ ਉਹ ਟੀਕੇ, ਹਾਂਜੀ ਜਦੋਂ ਰੋਂਦੀ ਸੀ ਤੇ ਮੈਂ ਆਪਦੇ ਮਨ ਦੇ ਵਿੱਚ ਇਹੀ ਸੋਚਦੀ ਸੀ ਵੀ ਇਸ ਤੋਂ ਜ਼ਿਆਦਾ ਮੈਂ ਸਹਿਣ ਨਹੀਂ ਕਰ ਸਕਦੀ। ਹਾਂਜੀ, ਸਹਿਣ ਕਰਨਾ ਮੁਸ਼ਕਿਲ ਹੋ ਗਿਆ ਸੀ ਮੇਰੇ ਲਈ, ਬਟ ਮੈਂ ਵੀ ਸੋਚਦੀ ਸੀ ਵੀ ਜੇ ਗੁੜੀਆ ਮੇਰੀ ਨਾ ਠੀਕ ਹੋਈ ਤਾਂ ਇਹ ਜ਼ਿਆਦਾ ਦਿਨ ਨਹੀਂ ਕੱਢ ਸਕਦੀ, ਕਿਉਂਕਿ ਇਸ ਤੋਂ ਪਹਿਲਾਂ ਮੇਰੇ ਮਨ 'ਚ ਕਦੇ ਨਹੀਂ ਆਇਆ ਸੀ, ਬਟ ਉਸ ਟਾਈਮ ਮੈਨੂੰ ਲੱਗਣ ਲੱਗ ਗਿਆ ਸੀ ਵੀ ਜੇ ਠੀਕ ਨਾ ਹੋਈ ਤਾਂ ਮਤਲਬ ਬਹੁਤ ਔਖਾ ਹੋ ਜਾਏਗਾ, ਵੀ ਬਿਮਾਰੀ ਪਹਿਲਾਂ ਹੀ ਬਹੁਤ ਵੱਡੀ ਹੈ ਤਾਂ ਇੰਨਾ ਜ਼ਿਆਦਾ ਨਹੀਂ ਸਹਿਣ ਕਰ ਸਕਦੀ। ਮੈਂ ਸਮਝ ਸਕਦਾ ਇੱਕ ਮਾਂ ਦਾ ਦਰਦ ਕਿੰਨਾ ਹੁੰਦਾ, ਮਾਂ ਦੇ ਅੰਦਰ ਕਿੰਨਾ ਦਰਦ ਹੁੰਦਾ ਆਪਣੇ ਬੱਚੇ ਵਾਸਤੇ, ਮੈਂ ਇਸ ਚੀਜ਼ ਨੂੰ ਸਮਝ ਸਕਦਾ ਹੈਗਾ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਦਵਾਈ ਦੇਣੀ ਸ਼ੁਰੂ ਕੀਤੀ ਤੇ ਸ਼ੂਗਰ ਘਟਣੀ ਸ਼ੁਰੂ ਹੋ ਗਈ, ਤਾਂ ਲੱਗਿਆ ਵੀ ਕੁਝ ਹੋ ਸਕਦਾ? ਸ਼ੂਗਰ ਸਾਨੂੰ ਚੈਲੰਜ ਦਿੱਤੇ ਗਏ ਜੀ, ਮੇਰੇ ਵੀਰ ਜੀ ਨੇ ਨਾਗੀ ਸਾਹਿਬ, ਤਾਂ ਇੰਨੇ ਚੈਲੰਜ ਸਾਨੂੰ ਅੱਜ ਤੱਕ ਡਾਕਟਰਾਂ ਨੇ ਉੱਥੇ ਨਹੀਂ ਦਿੱਤੇ ਸੀ। ਇਹਨਾਂ ਨੇ ਮੈਨੂੰ ਫਸਟ ਚੈਲੰਜ ਦਿੱਤਾ, ਭੈਣ ਜੀ ਤੁਸੀਂ ਮਤਲਬ ਮੈਂ ਤੁਹਾਨੂੰ ਚੈਲੰਜ ਕਰਦਾ ਵੀ ਸ਼ੂਗਰ ਠੀਕ ਹੋਏਗੀ। ਤਾਂ ਚਲੋ ਮੈਨੂੰ ਵਿਸ਼ਵਾਸ ਨਹੀਂ ਆਉਂਦਾ ਸੀ, ਮੈਂ ਹੱਸ ਕੇ ਟਾਲ ਦਿੰਦੀ ਸੀ ਇਹਨਾਂ ਦੀਆਂ ਗੱਲਾਂ, ਵੀ ਮੈਂ ਬਹੁਤ ਦੁੱਖ ਦੇਖ ਚੁੱਕੀ ਸੀ, ਮੈਨੂੰ ਲੱਗਦਾ ਨਹੀਂ ਸੀ ਵੀ ਇੱਦਾਂ ਹੋਏਗਾ। ਚਲੋ ਇੱਕ ਵਿਸ਼ਵਾਸ ਕਰਦੀ ਸੀ, ਇੱਕ ਥੋੜ੍ਹੀ ਜਿਹੀ ਹੋਪ ਬਣੀ ਸੀ ਸਾਡੇ ਮਨ ਦੇ ਵਿੱਚ ਇਸ ਗੱਲ ਨੂੰ ਲੈ ਕੇ, ਤਾਂ ਵਿਸ਼ਵਾਸ ਬਣਦਾ ਸੀ, ਆਪਣੇ ਮਨ ਨੂੰ ਸਮਝਾ ਲੈਂਦੀ ਸੀ। ਤਾਂ ਜਦੋਂ ਸ਼ੂਗਰ ਦਾ ਫਰਕ ਪੈਣ ਲੱਗ ਗਿਆ, ਇਨਸੂਲਿਨ, ਇਹ ਰਾਤ ਨੂੰ ਵੀ ਮੈਂ ਵੀਰ ਜੀ ਨੂੰ ਫੋਨ ਕਰਨਾ ਤਾਂ ਇਹਨਾਂ ਨੇ ਮੈਨੂੰ ਕਹਿਣਾ ਵੀ ਮੈਂ ਡਾਕਟਰ ਭੁੱਲਰ ਨਾਲ ਗੱਲ ਕੀਤੀ ਹੈ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਮਤਲਬ ਤੁਸੀਂ ਰਾਤ ਵਾਲਾ ਲੈਂਟਸ ਲੱਗਦਾ। ਚਲੋ ਜਿਹੜੇ ਸ਼ੂਗਰ ਨੂੰ ਜਾਣਦੇ ਆ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ, ਸਾਰੇ ਟੀਕਿਆਂ ਦੇ ਨਾਮ ਯਾਦ ਹੋ ਚੁੱਕੇ ਸੀ ਮੈਨੂੰ, ਤਾਂ ਮਤਲਬ ਇਹ ਲੈਂਟਸ ਲੱਗਦਾ, ਤੁਸੀਂ ਲਗਾਉਣਾ ਨਹੀਂਗਾ। ਜਦੋਂ ਮੈਂ PGI ਦੇ ਵਿੱਚ ਫੋਨ ਕਰਦੀ ਸੀ, ਉਹ ਕਹਿੰਦੇ ਸੀ ਵੀ ਜੇ ਸ਼ੂਗਰ ਬੱਚੇ ਦੀ ਘਟ ਵੀ ਚੁੱਕੀ ਹੈ ਤੁਸੀਂ ਵਧਾ ਕੇ ਲੈਂਟਸ ਲਾਣਾ, ਡਾਕਟਰ ਮੈਨੂੰ ਇਹ ਗੱਲ ਕਹਿੰਦੇ ਸੀ ਉੱਥੇ। ਤੇ ਮੈਂ ਇੰਨੀ ਜ਼ਿਆਦਾ ਕਨਫਿਊਜ਼ ਹੋਈ ਪਈ ਸੀ ਵੀ ਮੈਂ ਉਹਨਾਂ ਦੀ ਗੱਲ ਮੰਨਾਂ ਕਿ ਇਹਨਾਂ ਦੀ ਗੱਲ ਮੰਨਾਂ। ਇਹਨਾਂ ਦੀ ਤਾਂ ਉਹਨਾਂ ਦੀ ਤਾਂ ਮੰਨਣੀ ਸੀ ਵੀ ਹਾਂ ਹੁਣ ਉੱਥੋਂ ਇਲਾਜ ਚੱਲ ਰਿਹਾ ਹੈ, ਇਹਨਾਂ ਦੀ ਤਾਂ ਮੰਨਣੀ ਸੀ ਵੀ ਮੈਨੂੰ ਵਿਸ਼ਵਾਸ ਬਹੁਤ ਜ਼ਿਆਦਾ ਦੇ ਰਹੇ ਸੀ। ਹਾਂਜੀ, ਮੈਨੂੰ ਚੈਲੰਜ ਦਿੰਦੇ ਸੀ ਵੀ ਮਤਲਬ ਇਹ ਠੀਕ ਹੋਏਗਾ। ਤਾਂ ਜਦੋਂ ਪਹਿਲੀ ਵਾਰ ਸ਼ੂਗਰ ਦਾ ਫਰਕ ਪੈਣ ਲੱਗਿਆ ਤਾਂ ਉਹ ਚੈਲੰਜ ਠੀਕ ਹੋਣ ਲੱਗ ਗਏ ਸੀ, ਸਾਬਿਤ ਹੋਣ ਲੱਗ ਗਏ ਸੀ। ਤਾਂ ਮਤਲਬ ਇਹਨਾਂ ਨੇ ਫਿਰ ਉਸ ਤੋਂ ਬਾਅਦ BP ਦੀ ਗੋਲੀ ਉਹਨਾਂ ਨੇ ਲਾਤੀ, BP ਵੀ ਵੱਧ ਰਿਹਾ ਸੀ ਮੇਰੀ ਗੋਲੀ। ਹਾਂਜੀ, ਬਟ ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਵੀ ਮਤਲਬ ਜਦੋਂ BP ਸੈੱਟ ਹੋ ਗਿਆ ਤੁਸੀਂ ਇਹ ਗੋਲੀ ਬੰਦ ਕਰ ਦੇਣੀ ਹੈ। ਇਹ ਬਹੁਤ ਵੱਡੀ ਕਮੀ ਹੈ ਡਾਕਟਰਾਂ ਦੀ, ਜੋ ਹਾਲੇ ਵੀ ਮੇਰੇ ਦਿਲ ਦੇ ਵਿੱਚ ਬਹੁਤ ਆਉਂਦਾ ਵੀ ਡਾਕਟਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ।
ਤਾਂ ਉਹਨਾਂ ਨੇ ਗੋਲੀ ਤਾਂ ਲਾ ਦਿੱਤੀ, ਪਰ ਮੈਨੂੰ ਐ ਨਹੀਂ ਕਿਹਾ ਵੀ ਚਲੋ ਮਹੀਨੇ ਬਾਅਦ ਤੁਸੀਂ ਚੈੱਕ ਕਰ ਲਿਓ, ਵੀ ਜੇ ਬੀਪੀ ਨਾਰਮਲ ਰਹਿਣ ਲੱਗ ਗਿਆ ਤੁਸੀਂ ਬੰਦ ਕਰ ਦਿਓ, ਕੁਛ ਨਹੀਂ ਕਿਹਾ। ਤਾਂ ਫਿਰ ਨਾਗੀ ਸਾਹਿਬ ਨੇ ਮੈਨੂੰ ਕਿਹਾ ਵੀ ਮਤਲਬ ਤੁਸੀਂ ਬੀਪੀ ਚੈੱਕ ਤਾਂ ਕਰਵਾਓ ਇੱਕ ਵਾਰ। ਜਦੋਂ ਬੀਪੀ ਚੈੱਕ ਕਰਵਾਇਆ ਤਾਂ 80 ਦੇ ਅਰਾਊਂਡ ਰਹਿ ਰਿਹਾ ਸੀ ਬੀਪੀ। ਹਾਂਜੀ, ਬਿਲਕੁਲ ਨਾਰਮਲ। ਤੇ ਫਿਰ ਮੇਰੇ ਮਨ 'ਚ ਇੰਨਾ ਆਇਆ ਵੀ ਕਿੰਨੇ ਡਾਕਟਰ ਉਹ ਕਿੰਨੇ ਸੈਲਫਿਸ਼ ਨੇ ਜਿਨ੍ਹਾਂ ਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਤੁਸੀਂ ਇਹ ਗੱਲ। ਤਾਂ ਫਿਰ ਜਦੋਂ ਫਿਰ ਇਹਨਾਂ ਨੇ ਵੀਰ ਜੀ ਨੇ ਮੈਨੂੰ ਕਿਹਾ ਵੀ ਤੁਸੀਂ ਬੀਪੀ ਦੀ ਗੋਲੀ ਬੰਦ ਕਰੋ। ਉਦੋਂ ਦੀ ਬੀਪੀ ਦੀ ਗੋਲੀ ਬੰਦ ਕੀਤੀ ਹੈ ਜੀ। ਉਸ ਤੋਂ ਬਾਅਦ ਮੈਂ 4-5 ਦਿਨ ਲਗਾਤਾਰ ਬੀਪੀ ਚੈੱਕ ਕਰਵਾਉਂਦੀ ਰਹੀ ਹਾਂ, ਕੋਈ ਉੱਦਾਂ ਦੀ ਪ੍ਰੋਬਲਮ ਨਹੀਂ ਆਈ। ਉਹ ਬੀਪੀ ਦੀ ਵੀ ਜਦੋਂ ਪ੍ਰੋਬਲਮ ਖਤਮ ਹੋਈ ਤਾਂ ਮੇਰਾ ਵਿਸ਼ਵਾਸ ਹੋਰ ਜ਼ਿਆਦਾ ਬਣ ਗਿਆ ਸੀ। ਪੂਰੇ ਕੌਨਫੀਡੈਂਸ 'ਚ ਪ੍ਰੋਪਰ ਦਵਾਈਆਂ ਮੈਂ ਦਿੰਦੀ ਰਹੀ ਹਾਂ। ਇੱਕ ਵੀ ਦਿਨ ਉਹ ਦਵਾਈਆਂ ਨਹੀਂ ਮੈਂ ਕਹਿ ਸਕਦੀ, ਚਲੋ ਜਿੱਦਾਂ ਵੀ ਇਹਦੇ ਵਿੱਚ ਕਿਹਾ ਜਾਂਦਾ ਹੈ ਨਾ, ਖਣਿਜ ਦੇ ਰਹੇ ਹਾਂ ਵੀ ਚਲੋ ਜੋ ਮੇਰੇ ਬੱਚੇ ਦੀਆਂ ਅੰਦਰ ਦੀਆਂ ਕਮੀਆਂ ਸੀ ਉਹ ਪੂਰੀਆਂ ਹੋਣ ਲੱਗ ਗਈਆਂ। ਤਾਂ ਜਿਹੜੀ ਗੁੜੀਆ ਮੇਰੀ ਉੱਥੇ ਸਟੀਰੋਇਡਸ, ਡੈਕਸਾ ਕਿੰਨਾ ਵੱਡਾ ਸਟੀਰੋਇਡ ਹੁੰਦਾ, ਹਾਂਜੀ, ਉਹ ਲੱਗਣ ਤੋਂ ਬਾਅਦ ਮੇਰੀ ਗੁੜੀਆ ਬਿਲਕੁਲ ਮੰਜੇ 'ਤੇ ਬੈਠ ਗਈ ਸੀ। ਉਹ ਹੌਲੀ ਹੌਲੀ ਪੈਰ ਪੁੱਟਣ ਲੱਗ ਗਈ। ਜਿੱਦਾਂ ਇੱਕ ਬੱਚਾ ਜਨਮ ਤੋਂ ਬਾਅਦ ਤੁਰਨ ਲੱਗਦਾ, ਉਸ ਤੋਂ ਵੀ ਕਿਤੇ ਜ਼ਿਆਦਾ ਖੁਸ਼ੀ ਸਾਨੂੰ ਹੁੰਦੀ ਸੀ ਜਦੋਂ ਤੁਰਨ ਲੱਗੀ। ਤਾਂ ਅਸੀਂ ਹੌਲੀ ਹੌਲੀ ਇਹਨੂੰ ਪੈਰ ਪਟਾਉਣੇ ਸ਼ੁਰੂ ਕੀਤੇ। ਤਾਂ ਜਦੋਂ ਉਹ ਸਟੀਰੋਇਡਸ ਦੇ ਸਾਈਡ ਇਫੈਕਟ ਤੋਂ ਬਾਹਰ ਆਉਣ ਲੱਗੀ, ਮੇਰੀ ਗੁੜੀਆ ਹੌਲੀ ਹੌਲੀ ਤੁਰਨਾ ਸਟਾਰਟ ਕੀਤਾ। ਮੈਨੂੰ ਦੱਸੋ, ਜਦੋਂ ਤੁਹਾਡਾ ਬੱਚਾ ਪਹਿਲੀ ਵਾਰ ਤੁਰਿਆ ਸੀਗਾ ਤੇ ਜਦੋਂ ਤੁਹਾਡਾ ਬੱਚਾ ਬਿਮਾਰੀ ਤੋਂ ਬਾਅਦ ਪਹਿਲੀ ਵਾਰੀ ਤੁਰਿਆ ਸੀਗਾ, ਕੀ ਇਮੋਸ਼ਨਸ ਸੀਗੇ ਤੁਹਾਡੇ ਮਨ ਦੇ ਵਿੱਚ ਉਸ ਟਾਈਮ? ਉਹੀ ਤਾਂ ਮੈਂ ਦੱਸ ਰਹੀ ਹਾਂ ਜੀ। ਮਤਲਬ ਉਨੀ ਖੁਸ਼ੀ ਆਪਾਂ ਨੂੰ ਪਹਿਲੀ ਵਾਰ ਤੁਰੇ 'ਤੇ ਨਹੀਂ ਹੁੰਦੀ ਜਿੰਨੀ ਸਾਨੂੰ ਦੂਰਾ ਜਨਮ ਹੋਇਆ ਮੇਰੀ ਗੁੜੀਆ ਦਾ। ਤਾਂ ਇਹਦੇ ਪਾਪਾ ਵੀ ਬੈਠੇ ਸੀ, ਅਸੀਂ ਜਦੋਂ ਪਹਿਲੀ ਵਾਰ ਤੁਰਨਾ ਸ਼ੁਰੂ ਕੀਤਾ ਇਹਨੂੰ, ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਸੀ ਵੀ ਮੈਂ ਐਂ ਲੱਗਦਾ ਸੀ ਵੀ ਇਹ ਜਿਸ ਤਰ੍ਹਾਂ ਮੰਜੇ 'ਤੇ ਬੈਠੀ ਸੀ ਵੀ ਇਹ ਤੁਰਨ ਵੀ ਲੱਗ ਗਈ ਹੈ। ਸਾਰੀ ਫੈਮਿਲੀ ਸਾਡੀ ਉਹਦੇ ਆਲੇ ਦੁਆਲੇ ਚੱਕਰ ਲਾ ਰਹੀ ਸੀ ਤੇ ਇੰਨੇ ਖੁਸ਼ ਹੋ ਰਹੇ ਸੀ ਸਾਰੇ ਵੀ ਹਾਂ ਇਹ ਤੁਰਨ ਲੱਗ ਗਈ। ਬਹੁਤ ਇਸ ਦੌਰਾਨ ਮਾਤਾ ਪਿਤਾ ਨੇ ਮੰਨਤਾਂ ਵੀ ਬਹੁਤ ਮੰਨੀਆਂ ਹੋਣੀਆਂ ਵੀ ਸਾਡਾ ਬੱਚਾ ਠੀਕ ਹੋ ਜਾਏ। ਕਿੱਥੇ ਕਿੱਥੇ ਗਏ? ਕੀ ਦੱਸੀਏ ਜੀ, ਕੋਈ ਮੜੀ, ਮਸੀਤ, ਕਬਰ, ਕ੍ਰਿਸਚੈਨਿਟੀ, ਮੰਦਰ, ਕੋਈ ਗਊਸ਼ਾਲਾ, ਕੋਈ ਇਹੋ ਜਿਹੀ ਜਗ੍ਹਾ ਨਹੀਂ ਹੋਣੀ। ਮਨਸਾ ਦੇਵੀ ਦਾ ਮੰਦਰ ਚੰਡੀਗੜ੍ਹ 'ਚ, ਸਾਈਂ ਮੰਦਰ, ਕੋਈ ਇਹੋ ਜਿਹਾ ਮੰਦਰ ਨਹੀਂ ਹੋਣਾ ਜਿੱਥੇ ਵੀ ਅਸੀਂ ਸੁੱਖਣਾ ਨਾ ਸੁੱਖੀ ਹੋਵੇ। ਸਾਡੇ ਈਵਨ ਕਿ ਉੱਥੇ ਰਿਸ਼ਤੇਦਾਰ ਵੀ ਨੇ, ਉਹਨਾਂ ਨੇ ਸਾਡੇ ਤੋਂ ਅਲੱਗ, ਉਹਨਾਂ ਨੇ ਅਗਾਂਹ ਪਤਾ ਨਹੀਂ ਕਿੰਨੀਆਂ ਕਿੰਨੀਆਂ ਸੁੱਖਣਾ ਸੁੱਖੀਆਂ ਸੀ ਵੀ ਇਹ ਬੱਚਾ ਠੀਕ ਹੋ। ਹਾਂਜੀ, ਅਸੀਂ ਅਜੇ ਤੱਕ ਸੁੱਖਣਾ ਲਾਈ ਜਾਂਦੇ ਹਾਂ ਜੀ, ਜਿੰਨੀਆਂ ਵੀ ਗਾਂ ਰਿਸ਼ਤੇਦਾਰਾਂ ਨੇ ਵੀ ਸੁੱਖੀਆਂ ਆਈਆਂ ਸੀਗੀਆਂ। ਹਾਂਜੀ। ਤੇ ਅੱਛਾ, ਹੁਣ ਮੈਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਨੇ ਇਲਾਜ ਸ਼ੁਰੂ ਕੀਤਾ, ਇਲਾਜ ਦੇ ਵਿੱਚ ਤੁਹਾਨੂੰ ਗੋਲੀਆਂ ਦਿੱਤੀਆਂ, ਟੀਕੇ ਦਿੱਤੇ, ਤੁਹਾਨੂੰ ਆਪਣਾ ਗਲੂਕੋਜ਼ ਲਾਇਆ, ਤੁਹਾਨੂੰ ਕੀ ਕੀਤਾ, ਕਿਵੇਂ ਕੀਤਾ, ਪੱਟੀਆਂ ਕੀਤੀਆਂ, ਕੀ ਕੀਤਾ? ਇਲਾਜ ਤਾਂ ਅਸੀਂ ਉੱਥੇ ਹੀ ਦੇਖਿਆ ਸੀ ਜਿਹੜਾ PGI 'ਚ ਹੋਇਆ। ਇਹ ਤਾਂ ਸਾਨੂੰ ਕੁਝ ਵੀ ਨਹੀਂ ਲੱਗਦਾ ਸੀ। ਇਹ ਬੂੰਦਾਂ ਨੇ ਸਿੰਪਲ ਪਾਣੀ ਦੇ ਵਿੱਚ ਦੇਣੀਆਂ। ਗੁੜੀਆ ਮੇਰੀ ਤਾਂ ਬਹੁਤ ਹੈਵੀ ਹੈ ਵੀ ਸਟੀਰੋਇਡ ਲੈ ਚੁੱਕੀ ਸੀ, ਖਾਣ ਵਾਲੀਆਂ ਵੀ ਦਵਾਈਆਂ ਬਹੁਤ ਵੱਡੀਆਂ ਵੱਡੀਆਂ ਗੋਲੀਆਂ ਲੈ ਚੁੱਕੀ ਸੀ। ਕੀ ਮੈਗਨੀਸ਼ੀਅਮ ਸੀ ਜਾਂ ਹੋਰ ਵੀ ਕੁਝ ਚੀਜ਼ਾਂ ਦਿੱਤੀਆਂ ਸੀ ਇਹਨਾਂ ਨੂੰ? ਹਾਂਜੀ, ਇਹਦੇ ਵਿੱਚ ਜੋ ਮਿਨਰਲਸ ਇਹਨਾਂ ਦੇ ਹੈਗੇ ਆ। ਤਾਂ ਸਿੰਪਲ ਨਮਕ ਦਿੱਤਾ। ਜਦੋਂ ਮੈਂ ਨਮਕ ਦਿੰਦੀ ਸੀ ਤਾਂ ਮੈਨੂੰ ਐਂ ਲੱਗਦਾ ਸੀ ਵੀ ਆਹ ਨਮਕ ਦੇ ਕੇ ਬੱਚਾ ਠੀਕ ਹੋ ਜਾਏਗਾ। ਹਾਂਜੀ, ਪਿੰਕ ਰੌਕ ਸਾਲਟ, ਵੀ ਇਹ ਦੇ ਕੇ ਬੱਚਾ ਕਿੱਦਾਂ ਠੀਕ ਹੋ ਜਾਏਗਾ। ਤੁਲਸੀ ਹੈ, ਜਦੋਂ ਮੈਂ ਪੈਕਿੰਗ ਦੇਖੀਆਂ, ਖੋਲ੍ਹੀਆਂ, ਬੜੀ ਐਕਸਾਈਟਮੈਂਟ ਨਾਲ ਖੋਲ੍ਹੀਆਂ ਵੀ ਪਤਾ ਨਹੀਂ ਵੀ ਮੋਗੇ ਤੋਂ ਆਈ ਹੈ ਦਵਾਈ, ਪਤਾ ਨਹੀਂ ਕਿੱਦਾਂ ਦੀ ਹੈ। ਜਦੋਂ ਮੈਂ ਦੇਖੀਆਂ ਤਾਂ ਮੈਂ ਆਹ ਤੁਲਸੀ ਹੈ ਅਤੇ ਆਹ ਡਰੋਪਸ ਨੇ ਅਤੇ ਇਹਨਾਂ ਨਾਲ ਕਿੱਦਾਂ ਠੀਕ ਹੋ ਸਕਦਾ ਬੱਚਾ। ਬਸ ਉਹ ਹੌਲੀ ਹੌਲੀ ਵਿਸ਼ਵਾਸ ਕਰਦੇ ਕਰਦੇ 3 ਟਾਈਮ ਰੈਗੂਲਰ ਦਿੱਤੀਆਂ ਜਦੋਂ ਤਾਂ ਉਹ ਰਿਜ਼ਲਟ ਸਾਡੇ ਸਾਹਮਣੇ ਆਇਆ ਜੀ। ਅੱਛਾ, ਕਿੱਦਾਂ ਕਿਹੜੀ ਸਟੇਜ ਤੋਂ ਨਿਕਲ ਕੇ ਬੱਚਾ ਤੁਹਾਡਾ ਠੀਕ ਹੋਇਆ? ਪਹਿਲਾਂ ਤੁਰਨ ਲੱਗਿਆ, ਕਿੱਦਾਂ ਤੁਹਾਨੂੰ ਤੇ ਕਿੰਨੀ ਦੇਰ ਬਾਅਦ ਰਿਜ਼ਲਟ ਨਿਕਲਣੇ ਸ਼ੁਰੂ? 15 ਦਿਨਾਂ ਬਾਅਦ ਜੀ ਸ਼ੂਗਰ ਦਾ ਫਰਕ ਪੈਣ ਲੱਗ ਗਿਆ ਸੀ, ਕਿਉਂਕਿ ਇਹਦੀ ਕੋਈ ਸ਼ੂਗਰ ਉਸ ਤਰ੍ਹਾਂ ਦੀ ਸ਼ੂਗਰ ਨਹੀਂ ਸੀ। ਇਹ ਸਿਰਫ ਦਵਾਈਆਂ ਦੇ ਸਾਈਡ ਇਫੈਕਟ ਨਾਲ ਹੋਈ ਸੀ। ਫਿਰ BP ਦੀ ਪ੍ਰੋਬਲਮ ਠੀਕ ਹੋਈ ਉਸ ਤੋਂ 10 ਦਿਨ ਬਾਅਦ। 25 ਦਿਨ ਬਾਅਦ BP ਤੇ ਸ਼ੂਗਰ ਦੋਨੇ ਠੀਕ ਹੋ ਗਏ ਅੱਗੇ? ਉਹ ਉਸ ਦੇ ਦੌਰਾਨ ਹੀ ਬੱਚਾ ਪੈਰ ਪੁੱਟਣ ਲੱਗ ਗਿਆ ਸੀ ਮੇਰਾ। ਹਾਂਜੀ, ਗੁੜੀਆ ਜਦੋਂ ਚੱਲਣ ਲੱਗ ਗਈ, ਹੌਲੀ ਹੌਲੀ ਮਤਲਬ ਥੋੜ੍ਹਾ ਸ਼ੁਰੂ ਕੀਤਾ ਚੱਲਣਾ, ਫਿਰ ਆਪਣੇ ਆਪ ਸਹੀ ਹੋਣ ਲੱਗ ਗਈ। ਹਾਂਜੀ। ਅੱਛਾ, ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ PGI 'ਚ ਬੱਚੇ ਨੂੰ ਲੈ ਕੇ ਜਾਂਦੇ ਸੀ ਤਾਂ ਕੀਮੋਥੈਰੇਪੀ ਵੀ ਹੋਈ ਕਿਤੇ ਉਹਨਾਂ ਦੀ, ਜਿਸ ਤਰ੍ਹਾਂ ਉਹਨਾਂ ਨੂੰ ਸ਼ੱਕ ਹੁੰਦਾ ਵੀ ਕੈਂਸਰ ਨਾ ਹੋਵੇ? ਹਾਂਜੀ, ਜਦੋਂ ਸਟੀਰੋਇਡ ਸਾਰੇ ਅਸਰ ਕਰਨੋਂ ਹਟ ਗਏ ਸੀਗੇ, ਸਭ ਕੁਝ ਖਤਮ ਹੋ ਗਿਆ ਸੀ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹਦਾ ਕੰਟਰੋਲ ਕਰਨ ਵਾਸਤੇ ਇਟੋਪੋਸਾਈਡ ਨਾਂ ਦੀ ਇੱਕ ਕੀਮੋਥੈਰੇਪੀ ਹੈ ਜੋ ਸ਼ੁਰੂ 'ਚ ਲੱਗਦੀ ਹੈ। ਉਹਦੀ ਡੋਜ਼ ਉਹਨਾਂ ਨੇ ਇਹਨੂੰ
ਇੱਕ ਡੋਜ਼ ਲਗਾਈ ਪਹਿਲੇ ਦਿਨ, ਫਿਰ ਇੱਕ ਦਿਨ ਹਾਂਜੀ ਇੱਕ ਦਿਨ ਛੱਡ ਕੇ ਫਿਰ ਤੀਜੇ ਦਿਨ, ਯਾਨੀ ਕਿ 3 ਡੋਜ਼ ਲਗਾਤੀਆਂ ਉਹਨਾਂ ਨੇ ਇੱਕ ਦਿਨ ਦੇ ਫਰਕ ਨਾਲ। ਉਹਦਾ ਖਰਚਾ ਘੱਟ ਸੀ ਸਰ, ਜਿਹੜੇ ਹਿਸਾਬ ਨਾਲ ਅਸੀਂ ਪਹਿਲਾਂ ਖਰਚਾ ਕਰ ਚੁੱਕੇ ਸੀਗੇ, ਸਾਨੂੰ ਐ ਸੀ ਵੀ ਹੁਣ ਜਿਹੜਾ ਆਖਰੀ ਇਹਨਾਂ ਕੋਲ ਰਾਮਬਾਣ ਰਹਿ ਗਿਆ ਹੈ, ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਏਗਾ, ਪਰ ਉਹ ਸਿਰਫ 100 ਰੁਪਏ ਦੀ ਚੀਜ਼ ਸੀ ਇੱਕ, ਪਰ ਉਹਦਾ ਨੁਕਸਾਨ ਸਰੀਰ ਨੂੰ 100 ਗੁਣਾ ਤੋਂ ਵੀ ਜ਼ਿਆਦਾ ਸੀਗਾ। ਕਿਉਂਕਿ ਡਾਕਟਰਾਂ ਨੇ ਵੀ ਇੰਨੀ ਵਾਰੀ ਸੋਚਿਆ ਉਹਨੂੰ ਲਗਾਉਣ ਤੋਂ ਪਹਿਲਾਂ, ਅਸੀਂ ਸੋਚਦੇ ਸੀ ਪਤਾ ਨਹੀਂ ਕਿਉਂ ਨਹੀਂ ਲਗਾਉਂਦੇ ਡਾਕਟਰ, ਪਰ ਉਹ ਕਹਿੰਦੇ ਵੀ ਇਹਨੂੰ ਲਗਾਉਣ ਤੋਂ ਬਾਅਦ ਤੁਹਾਡਾ ਬੱਚਾ ਬਿਲਕੁਲ ਮਿੱਟੀ ਦੀ ਢੇਰੀ ਬਣ ਜਾਏਗਾ, ਇਹਦੀ ਇੰਨੀ ਕੇਅਰ ਕਰਨੀ ਪਵੇਗੀ ਵੀ ਕੋਈ ਇਹਦਾ ਹਿਸਾਬ ਨਹੀਂ ਹੈ। ਫਿਰ ਉਹ ਲਗਾਉਣ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਸਾਨੂੰ ਇੰਸਟਰਕਸ਼ਨ ਦਿੱਤੀਆਂ, ਉਹ 15-16 ਦਿਨ ਅਸੀਂ ਉਹਨੂੰ ਉੱਥੇ ਸਾਂਭਿਆ ਬੱਚੇ ਨੂੰ, ਉਹ ਸਾਨੂੰ ਹੀ ਪਤਾ ਹੈ। ਅੱਛਾ, ਤੁਸੀਂ ਦੱਸੋ ਭੈਣ ਜੀ ਕਿ ਜਦੋਂ ਇਹਨਾਂ ਨੇ ਦੱਸਿਆ ਡਾਕਟਰਸ ਨੇ ਕਿ ਬੱਚਾ ਮਿੱਟੀ ਦੀ ਢੇਰੀ ਬਣ ਜਾਏਗਾ, ਤੇ ਉਦੋਂ ਫਿਰ ਉਹਨਾਂ ਨੇ ਇੰਜੈਕਸ਼ਨ ਲਾਇਆ, ਫਿਰ ਕੀ ਹੋਇਆ ਅੱਗੇ? ਉਹੀ ਗੱਲ ਜੋ ਡਾਕਟਰਾਂ ਨੇ ਕਹੀ ਸੀ, ਕਿਉਂਕਿ ਉਹ ਤਾਂ ਕੀਮੋਥੈਰੇਪੀ ਆਮ ਹੀ ਉੱਥੇ ਕਰਦੇ ਰਹਿੰਦੇ ਆ ਬੱਚਿਆਂ ਨੂੰ, ਤੇ ਇਦਾਂ ਹੀ ਹੋਇਆ ਸਾਡੇ ਨਾਲ ਵੀ। ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਨੇੜੇ ਤੇੜੇ ਰਹਿਣਾ ਕਿਤੇ, ਕਿਉਂਕਿ ਕੀਮੋਥੈਰੇਪੀ ਕਰਨ ਤੋਂ ਬਾਅਦ TLC ਬਹੁਤ ਜ਼ਿਆਦਾ ਘਟ ਜਾਂਦੀ ਹੈ, ਕੋਈ ਵੀ ਪ੍ਰੋਬਲਮ ਆ ਸਕਦੀ, ਵੀ ਤੁਸੀਂ ਬੱਚੇ ਨੂੰ ਨਾਲ ਦੀ ਨਾਲ ਲੈ ਕੇ ਆ ਜਾਓ, ਕਿਉਂਕਿ ਸਾਡਾ ਏਰੀਆ ਜਿਹੜਾ ਚੰਡੀਗੜ੍ਹ ਤੋਂ ਕਾਫੀ ਦੂਰ ਪੈਂਦਾ। ਤਾਂ ਉੱਥੇ ਅਸੀਂ ਇੱਕ ਫਲੈਟ ਦੇ ਵਿੱਚ ਰਹਿੰਦੇ ਸੀ, ਉੱਥੇ ਅਸੀਂ ਉਸ ਕਰੋਨਾ ਦੇ ਸੀਜ਼ਨ ਦੇ ਵਿੱਚ ਅਸੀਂ ਦੋਨੋਂ ਰਹੇ ਆਪਣੇ ਬੱਚੇ ਨੂੰ ਲੈ ਕੇ ਉੱਥੇ। ਤਾਂ ਉਦੋਂ ਬਹੁਤ ਬੁਰਾ ਹਾਲ ਸੀ ਇਹਦਾ। TLC ਜਦੋਂ ਖ਼ਤਮ ਹੀ ਹੋ ਜਾਂਦੀ ਬੱਚੇ ਦੀ ਬਿਲਕੁਲ, ਤਾਂ ਉਹਦੇ 'ਚ ਬਿਲਕੁਲ ਵੀ ਪਾਵਰ ਨਹੀਂ ਰਹਿ ਜਾਂਦੀ ਬਿਮਾਰੀਆਂ ਨਾਲ ਲੜਨ ਦੀ। ਤਾਂ ਬਹੁਤ ਚੀਕਾਂ ਮਾਰਦੀ ਹੁੰਦੀ ਸੀ, ਜਿੱਦਾਂ ਮੈਨੂੰ ਆਹ ਹੀ ਸਬਜ਼ੀ ਚਾਹੀਦੀ ਹੈ, ਆਹ ਹੀ ਰੋਟੀ ਚਾਹੀਦੀ ਹੈ, ਇੱਦਾਂ ਦਾ ਖਾਣਾ ਚਾਹੀਦਾ, ਇੱਦਾਂ ਕਰਦੀ ਹੁੰਦੀ ਸੀ। ਬਹੁਤ ਜ਼ਿਆਦਾ ਬਹੁਤ ਦੁੱਖ ਦੇਖਿਆ ਜੀ ਅਸੀਂ ਇਸ ਬੱਚੇ ਨੂੰ ਲੈ ਕੇ। ਤਾਂ ਉਹ ਪ੍ਰੋਬਲਮ ਹਟਣ ਤੋਂ ਬਾਅਦ ਮਤਲਬ ਨਾਲ ਫਿਰ ਸਾਡਾ ਇਹ ਟਰੀਟਮੈਂਟ ਸ਼ੁਰੂ ਹੋ ਚੁੱਕਿਆ ਸੀ, ਤਾਂ ਫਿਰ ਉਹਦੇ ਵੀ ਇੰਨੇ ਜ਼ਿਆਦਾ ਸਾਈਡ ਇਫੈਕਟ ਨਹੀਂ ਹੋ ਰਹੇ ਸੀ ਕੀਮੋਥੈਰੇਪੀ ਦੇ। ਹਾਂਜੀ, ਨਾਲ ਇਹ ਸ਼ੁਰੂ ਹੋ ਗਿਆ ਨਾ, ਫਿਰ ਉਹ ਜ਼ਿਆਦਾ ਇਫੈਕਟ ਨਹੀਂ ਕਰ ਰਹੀ ਸੀ ਕੀਮੋਥੈਰੇਪੀ। ਉੱਦਾਂ ਤਾਂ ਕੀਮੋਥੈਰੇਪੀ ਜਿੰਨੀ ਜ਼ਿਆਦਾ ਲੱਗ ਰਹੀ ਸੀ, ਤਾਂ ਸਾਨੂੰ ਲੱਗਦਾ ਸੀ ਵੀ ਬੱਚਾ ਜਾਂ 15 ਦਿਨ ਕੱਢੇਗਾ ਜਾਂ ਮਹੀਨਾ ਕੱਢੇਗਾ, ਇਸ ਤੋਂ ਵੱਧ ਨਹੀਂ। ਅੱਛਾ, ਜਦੋਂ ਤੁਸੀਂ PGI ਦੇ ਵਿੱਚ ਇਲਾਜ ਚੱਲ ਰਿਹਾ ਸੀ, ਤਾਂ ਉਸ ਦੌਰਾਨ ਤੁਸੀਂ ਇਹ ਦਵਾਈ ਲੈ ਰਹੇ ਸੀ, ਇਨਸੂਲਿਨ ਤੇ ਬਲੱਡ ਪ੍ਰੈਸ਼ਰ ਜਿਹੜਾ ਤੁਹਾਡਾ ਉਸ ਦੌਰਾਨ ਠੀਕ ਹੋ ਚੁੱਕਾ ਸੀ ਕੀਮੋਥੈਰੇਪੀ ਲੈਣ ਤੋਂ ਬਾਅਦ, ਕਿ ਉਹ ਉਸ ਤੋਂ ਪਹਿਲਾਂ ਦੀ ਗੱਲ ਹੈ? ਨਹੀਂ, ਉਦੋਂ ਨਹੀਂ ਹੋਇਆ ਸੀ, ਉਦੋਂ ਤਾਂ ਮੈਂ ਜਸਟ ਇਹ ਸਟਾਰਟ ਕੀਤੀ ਸੀ। ਹਾਂਜੀ, ਤੇ ਉਦੋਂ ਵੀ ਉੱਥੇ ਹਸਪੀਟਲ ਦੇ ਵਿੱਚ ਰਹਿੰਦਿਆਂ ਕੋਈ ਫਰਕ ਨਹੀਂ ਪਿਆ ਸੀ, ਪਰ ਡਾਕਟਰ ਨੇ ਮੈਨੂੰ ਕਹਿੰਦੇ ਸੀ ਵੀ ਤੁਸੀਂ ਹਾਲੇ ਇਹਦਾ ਪ੍ਰੋਸੀਜਰ ਨਹੀਂ ਸਮਝੇ ਸ਼ੂਗਰ ਦਾ, ਅਸੀਂ ਛੁੱਟੀ ਨਹੀਂ ਦੇਣੀ। ਤਾਂ ਮੈਂ ਡਾਕਟਰਸ ਦੇ ਨਾਲ ਲੜ ਕੇ ਛੁੱਟੀ ਲੈ ਕੇ ਆਈ ਸੀ। ਮੈਂ ਤੁਸੀਂ ਮੇਰਾ ਬੱਚਾ ਮੈਨੂੰ ਦੇ ਦਿਓ, ਸਾਨੂੰ ਛੁੱਟੀ ਦੇ ਦਿਓ, ਅਸੀਂ ਹੋਰ ਸਹਿਣ ਨਹੀਂ ਕਰ ਸਕਦੇ। ਤਾਂ ਅਸੀਂ ਲੜ ਕੇ ਛੁੱਟੀ ਲੈ ਕੇ ਗਏ ਸੀ, ਕਿਉਂਕਿ ਉਹ ਜਿਸ ਤਰ੍ਹਾਂ ਦੀ ਉਹ ਉੱਥੇ ਸਾਨੂੰ ਕਲਾਸ ਲਾਉਂਦੇ ਸੀ, ਸ਼ੂਗਰ ਬਾਰੇ ਦੱਸਦੇ ਸੀ, ਉਹ ਨਹੀਂ ਸਮਝ ਨਹੀਂ ਸਕਦੇ ਸੀ ਅਸੀਂ, ਕਿਉਂਕਿ ਪਹਿਲਾਂ ਹੀ ਅਸੀਂ ਬਹੁਤ ਤੰਗ ਸੀ। ਤਾਂ ਫਿਰ ਸਾਨੂੰ ਇੱਧਰੋਂ ਵਿਸ਼ਵਾਸ ਸੀ ਇਹਨਾਂ ਦਵਾਈਆਂ 'ਤੇ, ਇਸ ਵਿਸ਼ਵਾਸ ਦੇ ਤੌਰ 'ਤੇ ਵੀ ਮਤਲਬ ਅਸੀਂ ਉੱਥੋਂ ਛੁੱਟੀ ਲੈ ਕੇ ਆ ਗਏ, ਨਹੀਂ ਤਾਂ ਕੰਡੀਸ਼ਨ। ਤੁਸੀਂ ਜਦੋਂ ਕੀਮੋਥੈਰੇਪੀ ਕਰਾਈ, ਕਿੰਨੀ ਵਾਰੀ ਕੀਮੋਥੈਰੇਪੀ ਹੋਈ ਤੁਹਾਡੇ? ਪਹਿਲਾਂ ਮਤਲਬ ਇਸ ਟਰੀਟਮੈਂਟ ਤੋਂ ਪਹਿਲਾਂ ਇੱਕ ਵਾਰੀ ਸ਼ੁਰੂ ਕਰ ਚੁੱਕੇ ਸੀ ਉਹ, ਤੇ ਫਿਰ ਗੈਪ ਦੇ ਕੇ ਲਾਉਂਦੇ ਸੀ। ਤਾਂ ਫਿਰ ਜਦੋਂ ਸ਼ੂਗਰ ਦੀ ਪ੍ਰੋਬਲਮ ਇਹਨੂੰ ਆਈ, ਤੇ ਉਦੋਂ ਲਾਸਟ ਵਾਰ ਅਸੀਂ ਕੀਮੋਥੈਰੇਪੀ ਕਰਵਾ ਕੇ ਆਏ ਸੀ। ਉਸ ਤੋਂ ਬਾਅਦ 2 ਵਾਰ ਹੋ ਗਈ ਸੀ। ਦੂਸਰੀ ਵਾਰ ਦੇ ਵਿੱਚ ਡੋਜ਼ ਜ਼ਿਆਦਾ ਲੱਗੀਆਂ ਸੀ। ਹਾਂਜੀ, ਹੈਵੀ ਡੋਜ਼ ਦਿੱਤੀ ਸੀ ਜਦੋਂ ਉਦੋਂ 2 ਵਾਰੀ ਹੋਈ ਸੀ ਕੀਮੋਥੈਰੇਪੀ। ਘਰ ਆ ਗਏ ਸੀ ਅਸੀਂ, ਘਰ ਆਉਣ ਤੋਂ ਬਾਅਦ ਫਿਰ ਦੁਬਾਰਾ ਇਹਨੂੰ ਬੁਖਾਰ ਆ ਗਿਆ ਸੀਗਾ, ਫਿਰ ਅਸੀਂ ਲੈ ਕੇ ਗਏ ਇਹਨੂੰ PGI। ਉੱਥੇ ਫਿਰ 5 ਦਿਨ ਲਗਾਤਾਰ ਇਹਨੂੰ ਕੀਮੋਥੈਰੇਪੀ, ਯਾਨੀ ਕਿ 5 ਡੋਜ਼ ਹੋਰ ਲੱਗੀਆਂ ਸੀ। ਹਾਂ, ਟੋਟਲ ਤੁਸੀਂ ਕਹਿ ਸਕਦੇ ਹੋ 7 ਵਾਰੀ ਡੋਜ਼ ਲੱਗ ਗਈ ਜੀ ਟੋਪੋਸਾਈਡ ਦੀ ਇਹਨੂੰ। ਹਾਂਜੀ, ਕੀਮੋਥੈਰੇਪੀ ਦੀ। ਹਾਂਜੀ। ਅੱਛਾ, ਜਦੋਂ ਤੁਹਾਨੂੰ ਇੱਧਰੋਂ ਰਿਜ਼ਲਟ ਮਿਲਣੇ ਸ਼ੁਰੂ ਹੋ ਗਏ, ਕਦੋਂ ਫਿਰ ਜਾ ਕੇ ਤੁਸੀਂ PGI ਡਾਕਟਰਾਂ ਨੂੰ ਕਹਿਤਾ ਵੀ ਹੁਣ ਤਾਂ ਤੁਹਾਡੇ ਕੋਲ ਜਾਣਾ ਹੀ ਨਹੀਂ? ਅਸੀਂ ਗਏ ਨਹੀਂ ਜੀ, ਨਾ ਅਸੀਂ ਗਏ ਨਹੀਂ। ਜਦੋਂ ਨਾਗੀ ਸਾਹਿਬ ਸਾਡੇ ਘਰ ਗਏ ਆ, ਉਸ ਤੋਂ ਬਾਅਦ ਤਾਂ 15 ਕੁ ਦਿਨਾਂ ਦੇ ਕਰੀਬ ਹੋ ਚੁੱਕੇ ਸੀ, ਰਿਜ਼ਲਟ ਮਿਲਣ ਲੱਗ ਗਏ। ਫਿਰ ਅਸੀਂ ਘਰ ਹੀ ਰਿਜ਼ਲਟ ਲੈਂਦੇ ਰਹੇ। ਅਸੀਂ PGI ਜਾਣ ਦਾ ਸੋਚ ਲਿਆ ਸੀ ਵੀ ਅਸੀਂ ਉੱਥੇ ਨਹੀਂ ਜਾਣਾ ਹੁਣ। ਹਾਂਜੀ, ਜਦੋਂ ਰਿਜ਼ਲਟ ਸਾਨੂੰ ਐ ਸੀ ਵੀ ਬਿਮਾਰੀ ਬਹੁਤ ਵੱਡੀ ਬਿਮਾਰੀ 'ਚੋਂ ਬਾਹਰ ਨਿਕਲੀਏ, ਤਾਂ ਡਾਕਟਰ ਸਾਹਿਬ ਵੀ ਸਾਨੂੰ, ਡਾਕਟਰ ਭੁੱਲਰ ਨਾਲ ਵੀ ਅਸੀਂ ਆ ਕੇ ਇੱਥੇ ਮੁਲਾਕਾਤ ਕੀਤੀ ਆਫਿਸ ਦੇ ਵਿੱਚ। ਤਾਂ ਅਸੀਂ ਇੱਥੇ ਜ਼ਰੂਰ ਮਿਲਦੇ ਰਹੇ ਹਾਂ, ਪਰ ਅਸੀਂ ਉੱਧਰ ਦਾ ਰਸਤਾ ਛੱਡ ਦਿੱਤਾ ਸੀ ਵੀ ਅਸੀਂ ਉੱਥੇ ਨਹੀਂ ਜਾਣਾ ਜਿੱਥੋਂ ਸਾਨੂੰ ਰਿਜ਼ਲਟ ਮਿਲ ਰਹੇ ਆ, ਕਿਉਂਕਿ ਬਿਮਾਰੀ ਬਹੁਤ ਵੱਡੀ ਸੀ, ਇੱਕਦਮ ਤਾਂ ਫਰਕ ਪੈਣ ਵਾਲਾ ਨਹੀਂ ਸੀ। ਤਾਂ ਹੌਲੀ ਜਿੱਦਾਂ ਫਰਕ ਪੈਂਦੇ ਗਏ, ਅਸੀਂ ਇੱਧਰ ਵਾਲਾ ਰਸਤਾ ਹੀ ਚੁਣ ਲਿਆ ਸੀ। ਉੱਧਰ ਮਨਾ ਕਰ ਦਿੱਤਾ ਵੀ ਅਸੀਂ ਉੱਧਰ ਨਹੀਂ ਜਾਣਾ। ਸਾਨੂੰ ਲੋੜ ਵੀ ਨਹੀਂ ਪਈ ਉੱਧਰ ਜਾਣ ਦੀ, ਕਿਉਂਕਿ ਉੱਥੇ ਜਾਂਦੇ ਸੀ ਤਾਂ ਬਹੁਤ ਜ਼ਿਆਦਾ, ਜਦੋਂ ਗੁੜੀਆਂ ਨੂੰ ਬੁਖਾਰ ਚੜ੍ਹਦਾ ਸੀ, ਬੁਖਾਰ ਇਹਨੂੰ ਆਇਆ ਨਹੀਂ ਉਸ ਤੋਂ ਬਾਅਦ।
ਇੱਕ ਚੀਜ਼ ਦੱਸੋ ਕਿ ਡਾਕਟਰਾਂ ਨੇ ਤੁਹਾਨੂੰ ਇਹ ਵੀ ਕਿਹਾ ਹੋਣਾ ਵੀ ਆਹ ਵੀ ਟੈਸਟ ਜਿਹੜਾ ਤੁਸੀਂ ਲਗਾਤਾਰ ਕਰਾਉਂਦੇ ਰਹਿਣਾ ਹੈ, ਵੀ ਇਹ ਨਾ ਹੋਵੇ ਟੈਸਟ ਬੰਦ ਨਹੀਂ ਕਰਨਾ, ਆਪਾਂ ਨੂੰ ਪਤਾ ਲੱਗਣਾ ਚਾਹੀਦਾ। ਤੇ ਕਿਹੜੇ ਉਹ ਟੈਸਟ ਸੀਗੇ ਤੇ ਕਿਹੜੇ ਫਿਰ ਮੁੜ ਕੇ ਤੁਸੀਂ ਕਰਾਏ ਹੀ ਨਹੀਂ? ਟੈਸਟ ਜਿਹੜੇ ਉੱਥੇ ਤੁਹਾਨੂੰ ਦੱਸੀ, ਅਸੀਂ ਜਦੋਂ ਪਹਿਲੀ ਵਾਰੀ ਐਡਮਿਟ ਹੋਈ ਸੀ ਇਹ ਚੰਡੀਗੜ੍ਹ PGI, 1 ਮਹੀਨਾ ਐਡਮਿਟ ਰਹੀ ਸੀ। ਉਹਦੇ ਵਿੱਚ ਤਕਰੀਬਨ 100 ਦੇ ਕਰੀਬ ਟੈਸਟ ਕਰਵਾਏ ਸੀ। ਹਾਂਜੀ, ਮੇਰੇ ਕੋਲ ਕੱਲੀ ਪਰਚੀ ਪਈ, ਮੇਰੇ ਕੋਲ ਫੋਨ ਤੇ ਰਿਪੋਰਟਾਂ ਵੀ ਆ ਜਾਂਦੀਆਂ। ਕਿੰਨੇ ਕੁ ਦੇ ਹੋ ਗਏ ਹੋਣੇ ਉਹ ਟੈਸਟ? ਉਹ ਲਗਭਗ 30-35 ਹਜ਼ਾਰ ਦੇ ਹੋ ਗਏ ਸੀਗੇ ਜੀ। ਹਾਂਜੀ, ਉਹ ਵੀ PGI ਚੋਂ ਕਰਵਾਏ ਤਾਂ 35 ਹਜ਼ਾਰ ਦੇ। ਜੇ ਉਹਨਾਂ ਦੀ ਬਾਹਰ ਕੀਮਤ ਦੇਖੀਏ ਤੇ ਮੰਨ ਕੇ ਚੱਲੋ 2-2.5 ਲੱਖ ਹੋਏਗੀ। ਜੇ ਅਸੀਂ ਬਾਹਰ ਪ੍ਰਾਈਵੇਟ ਕਰਵਾਉਂਦੇ ਉਹੀ ਟੈਸਟ ਤਾਂ 2-2.5 ਲੱਖ ਦੇ ਹੁੰਦੇ ਉਹ, ਜਿਹੜੇ ਚਲੋ PGI ਸਰਕਾਰੀ ਆ ਉਹਦੇ ਕਰਕੇ ਚਲੋ 30-35 ਹਜ਼ਾਰ 'ਚ ਹੋ ਗਏ ਉੱਥੇ। ਵੀ ਇਹਨਾਂ ਤੇ ਟੈਸਟਾਂ ਦਾ ਹੀ ਖਰਚਾ ਸੀਗਾ ਜੀ ਉੱਥੇ। ਤੇ ਉਸ ਤੋਂ ਬਾਅਦ ਟੁੱਟਵੇਂ ਜਦੋਂ ਅਸੀਂ ਬਾਅਦ ਜਾਂਦੇ ਰਹੇ ਆ, ਫੋਲੋ ਅਪ 'ਚ ਜਾਂਦੇ ਰਹੇ ਆ, ਉਹ ਤਾਂ ਪਤਾ ਹੀ ਨਹੀਂ, ਕੋਈ ਹਿਸਾਬ ਹੀ ਨਹੀਂ ਵੀ ਕਿੰਨੇ ਵਾਰੀ ਟੈਸਟ ਹੋ ਗਏ, ਕਿੰਨਾ ਖਰਚਾ ਹੋ ਗਿਆ। ਗੱਡੀ ਤੇ ਜਾਣਾ ਪੈਂਦਾ ਸੀਗਾ, ਫਾਈਨੈਂਸ਼ੀਅਲੀ ਬਿਲਕੁਲ ਡਾਊਨ ਹੋ ਗਏ ਸੀਗੇ। ਤੇ ਉੱਪਰੋਂ ਮਹਿਕਮੇ 'ਚੋਂ ਵੀ ਇੰਨੀ ਵਾਰੀ ਛੁੱਟੀ ਵੀ ਨਹੀਂ ਸੀ ਮਿਲਦੀ। ਮਾਨਸਿਕ ਤਣਾਅ, ਸਭ ਕੁਝ ਬਹੁਤ ਕੁਝ ਚੱਲਿਆ ਜੀ। ਬਹੁਤ ਤੰਗ ਰਹੇ ਅਸੀਂ ਉਸ ਸਮੇਂ ਦੌਰਾਨ। ਫਿਰ ਵੀ ਐਂ ਹੁੰਦਾ ਸੀਗਾ ਵੀ ਬੱਚਾ ਠੀਕ ਹੋ ਜਾਵੇ ਕਿਸੇ ਹਿਸਾਬ ਨਾਲ, ਚਲੋ ਕੋਈ ਨਹੀਂ, ਇਹ ਤਾਂ ਆਉਣੀ ਜਾਣੀ ਚੀਜ਼ ਹੈ, ਚਲੋ ਪੈਸਾ ਕੋਈ ਗੱਲ ਨਹੀਂ। ਪਰ ਫਿਰ ਵੀ ਜਦੋਂ ਉੱਥੋਂ ਨਿਰਾਸ਼ ਹੋ ਕੇ ਮੁੜਦੇ ਸੀ ਫਿਰ ਬਹੁਤ ਮਨ ਖਰਾਬ ਹੁੰਦਾ ਸੀ। ਅੱਛਾ ਭਾਜੀ, ਇਹ ਦੱਸੋ ਕਿ ਇਸ 35-40 ਲੱਖ ਰੁਪਏ ਦਾ ਤੁਹਾਨੂੰ ਡਾਕਟਰਸ ਨੇ ਬੋਨ ਮੈਰੋ ਟ੍ਰਾਂਸਪਲਾਂਟ ਦਾ ਦੱਸਿਆ ਸੀ। ਟੋਟਲ ਟ੍ਰੀਟਮੈਂਟ ਦੇ ਉੱਤੇ ਤੁਹਾਡਾ PGI ਪਲੱਸ ਹੋਰਾਂ ਡਾਕਟਰਾਂ ਦੇ ਲੈ ਕੇ ਕੁਝ ਅੰਦਾਜ਼ਾ ਹੈ ਵੀ ਕਿੰਨਾ ਪੈਸਾ ਤੁਸੀਂ ਲਾ ਚੁੱਕੇ ਸੀ ਬੱਚੇ 'ਤੇ? 4-5 ਲੱਖ ਦੇ ਕਰੀਬ ਲਾ ਚੁੱਕੇ ਸੀ ਅਸੀਂ 3 ਸਾਲਾਂ ਦੇ ਵਿੱਚ। ਜੇ ਅਸੀਂ ਸੋਚੀਏ ਨਾ 4-5 ਲੱਖ ਦੇ ਕਰੀਬ ਸਾਡਾ ਲੱਗ ਚੁੱਕਿਆ ਸੀ ਹੁਣ ਤੱਕ। ਤਾਂ ਅੱਗੇ ਜਿਹੜੇ ਐਸਟੀਮੇਟ ਦੇਖ ਰਹੇ ਸੀ ਅਸੀਂ, ਉਹਨਾਂ ਦੇ ਹਿਸਾਬ ਨਾਲ ਚਲੋ ਜਿਹੜਾ ਲੱਗਿਆ ਸੀ ਉਹ ਤਾਂ ਕੋਈ ਖਾਸ ਗੱਲ ਨਹੀਂ ਸੀ, ਬਟ ਜਿਹੜਾ ਅੱਗੇ ਕਹਿ ਰਹੇ ਸੀ ਉਹ ਬਹੁਤ ਜ਼ਿਆਦਾ ਪੈਸਾ ਸੀ, ਜਿਹਦੇ ਬਾਰੇ ਸੋਚਿਆ ਨਹੀਂ ਸੀ ਜਾ ਰਿਹਾ ਸਾਡੇ ਕੋਲ ਵੀ ਇੰਨਾ ਪੈਸੇ ਦਾ ਇੰਤਜ਼ਾਮ ਅਸੀਂ ਕਿੱਦਾਂ ਕਰਾਂਗੇ। ਹੁਣ ਇੱਕ ਚੀਜ਼ ਇਮਾਨਦਾਰੀ ਨਾਲ ਦੱਸਿਓ ਕਿ ਡਾਕਟਰ ਭੁੱਲਰ ਕੋਲੇ ਇਲਾਜ ਦੇ ਟੋਟਲ ਹੁਣ ਤੱਕ ਕਿੰਨਾ ਖਰਚਾ ਆਇਆ? ਇਹ ਤਾਂ ਜੀ ਸਾਡੇ ਕੋਲ 20,000 ਦੇ ਕਰੀਬ ਮਸਾਂ ਹੀ। ਹਾਂਜੀ, ਅਸੀਂ ਸਾਰਾ ਟੱਬਰ ਹੀ ਲੈ ਰਹੇ ਹਾਂ ਜੀ ਟ੍ਰੀਟਮੈਂਟ ਇੱਥੋਂ। ਇੰਡੀਆ ਦਾ ਹੀ ਨਹੀਂ, ਸਾਰਾ ਬਾਕੀ ਸਾਰੇ ਮੇਰੀ ਫੈਮਿਲੀ ਆ, ਵੱਡੇ ਬ੍ਰਦਰ ਨੇ, ਪਾਪਾ ਨੇ ਮੇਰੇ, ਉਹਨਾਂ ਦੇ ਗਾਂ ਬੱਚੇ ਨੇ, ਸਾਰਿਆਂ ਦਾ ਰਲਾ ਮਿਲਾ ਕੇ 20,000 ਗਿਆ ਸੀ। ਸਾਰਿਆਂ ਦਾ ਰਲਾ ਮਿਲਾ ਕੇ। ਅੱਛਾ, ਤੁਸੀਂ ਦੱਸ ਰਹੇ ਵੀ ਤੁਹਾਨੂੰ ਵੀ ਥੈਲੇਸੀਮੀਆ ਦੀ ਪ੍ਰੋਬਲਮ ਹੈਗੀ, ਉਹਦਾ ਵੀ ਟ੍ਰੀਟਮੈਂਟ ਚੱਲ ਰਿਹਾ ਤੁਹਾਡਾ? ਮੈਨੂੰ ਪਤਾ ਹੀ ਹੁਣ ਲੱਗਾ ਜੀ ਜਦੋਂ ਗੁੜੀਆ ਬਿਮਾਰ ਹੋਈ ਮੇਰੀ। ਮੈਂ ਅਜੇ ਚਲਾਇਆ ਨਹੀਂ ਆਪਦਾ ਟ੍ਰੀਟਮੈਂਟ। ਤੇ ਹੁਣ ਮੈਨੂੰ ਸੰਸਥਾ ਨਾਲ ਜੁੜੇ ਆ। ਚਲੋ ਅਸੀਂ ਉਹ ਦਵਾਈਆਂ ਲੈਂਦੇ ਰਹਿੰਦੇ ਆ। ਚਲੋ ਮੇਰਾ ਵੀ ਠੀਕ ਹੋ ਜਾਏ, ਮੈਂ ਚਾਹੁੰਦਾ ਇਹੀ। ਅੱਛਾ, ਬੱਚੀ ਨੂੰ ਤੁਹਾਡੀ ਨੂੰ ਥੈਲੇਸੀਮੀਆ ਵੀ ਸੀ? ਹਾਂਜੀ, ਥੈਲੇਸੀਮੀਆ ਮਾਈਨਰ ਦੀ ਪ੍ਰੋਬਲਮ ਹੈ। ਹਾਂਜੀ, ਇਹਦੇ ਵਿੱਚ ਕੋਈ ਬਲੱਡ ਵਗੈਰਾ ਤਾਂ ਨਹੀਂ ਚੜ੍ਹਦਾ ਹੈਗਾ, ਕੋਈ ਇਹਦੀ ਦੀ ਬਿਮਾਰੀ, ਕੋਈ ਖਾਸ ਬਿਮਾਰੀ ਇਹਨੂੰ ਸਮਝਿਆ ਨਹੀਂ ਜਾਂਦਾ। ਬਟ ਜਦੋਂ ਇਹਦੀਆਂ ਜ਼ਿਆਦਾ ਬਿਮਾਰੀਆਂ ਰਲ ਗਈਆਂ ਨਾ ਤਾਂ ਫਿਰ ਉਹ ਵੀ ਇੱਕ ਕਾਊਂਟ ਦੇ ਵਿੱਚ ਆਉਂਦੀ ਹੈ ਵੀ ਹਾਂ ਥੈਲੇਸੀਮੀਆ ਮਾਈਨਰ ਦੀ ਵੀ ਇਹਨੂੰ ਪ੍ਰੋਬਲਮ ਹੈਗੀ ਹੈ, ਕਿਉਂਕਿ HB ਵੀ ਘੱਟ ਰਹਿਣ ਲੱਗ ਗਿਆ ਤਾਂ ਪਲੇਟਲੈਟ ਵੀ ਘੱਟ ਗਏ ਜਦੋਂ। ਤਾਂ ਸਾਰੀਆਂ ਬਿਮਾਰੀਆਂ ਜਦੋਂ ਰਲ ਗਈਆਂ ਤਾਂ ਇਹਦੇ 'ਤੇ ਬਹੁਤ ਬੁਰਾ ਇਫੈਕਟ ਪਿਆ ਉਸ ਬਿਮਾਰੀ ਦਾ। ਅੱਛਾ, ਟੋਟਲ ਅਗਰ ਦੇਖਿਆ ਜਾਵੇ ਬਾਕੀਆਂ ਦਾ ਖਰਚਾ ਕੱਢ ਦਿਓ ਵੀ ਜਿਹੜੇ ਪੂਰੇ ਪਰਿਵਾਰ ਲੈ ਰਿਹਾ, ਕੱਲੀ ਬੱਚੀ ਤੇ ਤੁਸੀਂ ਸੋਚੋ ਵੀ ਜੇ ਇਹਦੇ 'ਤੇ ਕਿੰਨਾ ਖਰਚਾ ਡਾਕਟਰ ਭੁੱਲਰ ਦੀ ਦਵਾਈ ਆਇਆ ਤਾਂ ਉਹਦਾ ਤੁਸੀਂ ਕਿੰਨਾ ਗਿਣੋਗੇ? 10-12 ਹਜ਼ਾਰ ਦੇ ਕਰੀਬ ਕਹਿ ਸਕਦੇ ਹਾਂ ਜੀ। ਹਾਂਜੀ 6 ਮਹੀਨਿਆਂ 'ਚ। ਹੁਣ ਤਾਂ ਸਾਨੂੰ ਸਾਲ ਹੋ ਗਿਆ ਲੈਂਦਿਆਂ ਨੂੰ, ਬਟ 6 ਮਹੀਨਿਆਂ ਦਾ ਅਸੀਂ 10-12 ਹਜ਼ਾਰ ਦੇ ਕਰੀਬ ਕਹਿ ਸਕਦੇ ਹਾਂ ਜੀ। ਕਿੱਥੇ ਤੁਸੀਂ 5-6 ਲੱਖ ਲਾ ਚੁੱਕੇ ਸੀ ਤੇ 35-40 ਲੱਖ 50 ਲੱਖ ਤੁਹਾਨੂੰ ਉਹ ਦੱਸ ਰਹੇ ਸੀ। ਹਾਂਜੀ, ਉੱਧਰ ਤਾਂ ਸਾਨੂੰ ਕੋਈ ਅੱਗੇ ਆਸ ਵੀ ਨਹੀਂ ਲੱਗ ਰਹੀ ਸੀ। ਇੱਥੇ ਤਾਂ ਸਾਨੂੰ ਪਤਾ ਹੈ ਵੀ ਅਸੀਂ ਆਪਦੀ ਫੈਮਿਲੀ ਸਾਰੀ ਬਚਾ ਲਾਂਗੇ, ਆਪਦੀ ਲਾਈਫ ਸਿਕਿਉਰ ਕਰ ਲਾਂਗੇ। ਅੱਛਾ, ਤੁਸੀਂ ਕਿਉਂ ਦਵਾਈਆਂ ਲੈਣ ਲੱਗੇ? ਤੁਹਾਨੂੰ ਵੀ ਕੋਈ ਪ੍ਰੋਬਲਮ ਸੀ? ਪੂਰੀ ਫੈਮਿਲੀ ਨੂੰ? ਸਾਨੂੰ ਇਹ ਆ ਵੀ ਪਹਿਲਾਂ ਬਹੁਤ ਦੁੱਖ 'ਚੋਂ ਨਿਕਲਿਆ ਜੀ, ਹੁਣ ਅੱਗੇ ਕੋਈ ਪ੍ਰੋਬਲਮ ਨਾ ਆਏ, ਬਸ ਜ਼ਿੰਦਗੀ ਐਂ ਹੀ ਖੁਸ਼ੀ ਲੰਘੇ ਸਾਰੀ। ਅੱਗੇ ਮੇਰੇ ਉਸ ਤੋਂ ਬਾਅਦ ਮੇਰੀ ਇੱਕ ਹੋਰ ਗੁੜੀਆ ਨੇ ਜਨਮ ਲਿਆ ਹੈ, ਜੋ ਕਿ ਮੈਂ ਕੋਈ ਵੈਕਸੀਨੇਸ਼ਨ ਨਹੀਂ ਕਰਵਾਈ, ਕੋਈ ਅਸੀਂ ਇੱਥੋਂ ਇਹ ਵਾਲੇ ਪ੍ਰੋਡਕਟ ਹੀ ਲਏ ਆ ਜਦੋਂ ਮੇਰੀ ਪ੍ਰੈਗਨੈਂਸੀ ਦਾ ਟਾਈਮ ਸੀ। ਤਾਂ ਬਹੁਤ ਵਧੀਆ ਮੇਰੀ ਗੁੜੀਆ, ਬਿਲਕੁਲ ਠੀਕ ਠਾਕ ਹੈ। ਹਾਂਜੀ, ਉਹਦਾ ਜਦੋਂ ਅਸੀਂ ਪਹਿਲਾ ਬਲੱਡ ਟੈਸਟ ਕਰਿਆ ਉਹਨਾਂ ਨੇ 16 ਗ੍ਰਾਮ ਖੂਨ ਆਇਆ ਸੀ ਇਹਦਾ। ਅੱਛਾ। ਹਾਂਜੀ ਵੀ ਜਿਹੜਾ ਅਸੀਂ ਵੇਖ ਕੇ ਹੈਰਾਨ ਰਹਿ ਗਏ ਵੀ ਕੋਈ ਐਲੋਪੈਥੀ ਦੀ ਦਵਾਈ ਨਹੀਂ ਲਈ, ਸਿਰਫ ਹਾਂਜੀ ਜਿਹੜੀ ਛੋਟੀ ਬੇਟੀ ਹੈ ਮੇਰੀ। ਮੈਂ ਆਪਣੇ ਵੀ ਕੋਈ ਇੰਜੈਕਸ਼ਨ ਨਹੀਂ ਲਵਾਇਆ ਪਹਿਲਾਂ, ਟੈਟਨਸ ਦਾ ਕੋਈ ਵੀ ਕਹਿੰਦੇ ਆ। ਇੱਕ ਗੱਲ ਹੋਰ ਮੈਂ ਜ਼ਰੂਰ ਕਹਾਂਗੀ, ਮੈਨੂੰ ਉੱਥੇ ਡਾਕਟਰ ਜਦੋਂ ਕਹਿੰਦੇ ਹੁੰਦੇ ਸੀ ਵੀ ਨਾ ਤੁਹਾਡਾ ਇਹ ਬੱਚਾ ਠੀਕ ਹੈ ਨਾ ਹੀ ਤੁਹਾਡਾ ਅੱਗੇ ਬੱਚਾ ਠੀਕ ਹੋਏਗਾ। ਹਾਂਜੀ, ਪੂਰਾ ਕਲੀਅਰਲੀ ਕਹਿੰਦੇ ਸੀ ਮੈਨੂੰ, ਤੇ ਇਹ ਡਾਇਲੋਗ ਮੇਰੇ ਦਿਮਾਗ 'ਤੇ ਛਪ ਚੁੱਕਿਆ ਪੂਰੀ ਤਰ੍ਹਾਂ।
ਤੇ ਉਧਰੋਂ ਮੇਰੀ ਇੱਧਰ ਕਾਉਂਸਲਿੰਗ ਹੁੰਦੀ ਸੀ, ਮੈਨੂੰ ਕਹਿੰਦੇ ਸੀ ਤੁਹਾਡਾ ਇਹ ਵੀ ਬੱਚਾ ਠੀਕ ਹੈ ਤਾਂ ਅੱਗੇ ਵੀ ਤੁਹਾਡੇ ਬੱਚੇ ਬਿਲਕੁਲ ਠੀਕ ਹੋਣਗੇ। ਬਸ ਇਸ ਵਿਸ਼ਵਾਸ ਤੇ ਹੀ ਇੱਥੇ ਆਏ ਆ, ਉਹ ਹੀ ਸਾਰਾ ਕੁਝ ਠੀਕ ਹੋ ਰਿਹਾ ਜੀ ਸਭ। ਅੱਛਾ, ਤੇ ਉਹ ਵੀ ਬੱਚਾ ਠੀਕ ਹੋ ਗਿਆ ਤੇ ਜਿਹੜਾ ਨਵਾਂ ਬੱਚਾ ਜਿਹਨੇ ਜਨਮ ਲਿਆ ਉਹ ਵੀ ਬਿਲਕੁਲ ਤੰਦਰੁਸਤ ਪੈਦਾ? ਬਿਲਕੁਲ ਤੰਦਰੁਸਤ ਹੈ ਜੀ, ਪਰਮਾਤਮਾ ਦੀ ਕਿਰਪਾ ਨਾਲ, ਤੇ ਇਦਾਂ ਹੀ ਰਹੇਗਾ। ਹਾਂਜੀ। ਤੇ ਹੁਣ ਆਈਏ ਆਪਾਂ ਵੀ ਬਹੁਤ ਸਾਰੇ ਲੋਕ ਜਿਹੜੇ ਅਸੀਂ ਪਰਿਵਾਰ ਦੇ, ਤੁਸੀਂ ਪਰਿਵਾਰ ਤਾਂ ਦੱਸ ਹੀ ਦਿੱਤਾ ਵੀ ਪਰਿਵਾਰ ਤਾਂ ਮਾਨਸਿਕ ਤੇ ਸਰੀਰਕ ਪੀੜਾ ਤੁਹਾਨੂੰ ਦੇਖੀ ਉਹਨਾਂ ਨੇ, ਮਾਨਸਿਕ ਪੀੜਾ ਉਹਨਾਂ ਨੇ ਆਪ ਸਹੀ। ਤੁਹਾਡੇ ਇਲਾਕੇ ਦੇ ਵਿੱਚ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਇਸ ਬੱਚੀ ਨੂੰ ਆਹ ਪ੍ਰੋਬਲਮ ਹੈਗੀ ਹੈ, ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਆਹ ਬੱਚਾ ਠੀਕ ਹੋਣ ਲੱਗ ਗਿਆ ਇਸ ਦਵਾਈ ਨਾਲ, ਤੇ ਫਿਰ ਕਿੱਦਾਂ ਦਾ ਮਾਹੌਲ ਸੀ, ਕਿੱਦਾਂ ਦੇ ਉਹ ਕੀ ਵਿਚਾਰ ਸੀ ਉਹਨਾਂ ਦੇ? ਹਾਂਜੀ, ਪਿੰਡ ਦੇ ਵਿੱਚ ਵੀ ਲੋਕ ਕਹਿੰਦੇ ਸੀ ਵੀ ਕਿੱਦਾਂ ਠੀਕ ਹੋ ਗਈ, ਕਿਉਂਕਿ ਜਦੋਂ ਵੀ ਇਹਨੂੰ ਐਡਮਿਟ ਕਰਾਉਂਦੇ ਸੀ ਲੋਕ ਕਹਿੰਦੇ ਸੀ ਪਤਾ ਨਹੀਂ ਹੁਣ ਉਹਨਾਂ ਦੀ ਗੁੜੀਆ ਬਹੁਤ ਜ਼ਿਆਦਾ ਬਿਮਾਰ ਹੈ, ਪਤਾ ਨਹੀਂ ਇਸ ਵਾਰ ਮੁੜ ਕੇ ਆਏਗੀ ਕਿ ਨਾ। ਇੱਦਾਂ ਹੀ ਸੁਣਦੇ ਸੀ ਅਸੀਂ। ਪਤਾ ਲੈਣ ਆਉਂਦੇ? ਹਾਂਜੀ, ਪਤਾ ਲੈਣ ਹਰ ਵਾਰ ਆਉਂਦੇ ਸੀ ਜਦੋਂ ਹੀ ਅਸੀਂ। ਹੁਣ ਸਾਰੇ ਨੂੰ ਇਹ ਹੀ ਹੋ ਚੁੱਕਿਆ ਸੀ ਵੀ ਮਤਲਬ ਇਹ ਤਾਂ ਹੁਣ ਰੋਜ਼ ਦਾ ਕੰਮ ਹੀ ਬਣ ਗਿਆ ਨਾ, ਤੇ ਮਤਲਬ ਪਰ ਜਦੋਂ ਠੀਕ ਹੋਈ ਤਾਂ ਸਾਰੇ ਹੈਰਾਨ ਹੋ ਗਏ ਵੀ ਬਹੁਤ ਵਧੀਆ ਹੋਇਆ, ਠੀਕ ਹੋਈ ਹੈ, ਕਿੱਥੋਂ ਠੀਕ ਹੋਈ ਹੈ, ਕਿੱਦਾਂ ਠੀਕ ਹੋਈ ਹੈ। ਤਾਂ ਉਸ ਨੂੰ ਦੇਖਦੇ ਹੋਏ ਬਹੁਤ ਲੋਕਾਂ ਨੇ ਉੱਧਰ ਟ੍ਰੀਟਮੈਂਟ ਵੀ ਸ਼ੁਰੂ ਕੀਤਾ ਸਾਡੇ ਏਰੀਏ ਦੇ ਵਿੱਚ। ਇਹੀ ਟ੍ਰੀਟਮੈਂਟ ਸ਼ੁਰੂ ਕਰਤਾ? ਹਾਂਜੀ, ਇਹ ਹੀ ਟ੍ਰੀਟਮੈਂਟ ਸ਼ੁਰੂ ਕੀਤਾ, ਸਾਰਿਆਂ ਨੂੰ ਰਿਜ਼ਲਟ ਮਿਲੇ ਤੇ ਮਿਲ ਵੀ ਰਹੇ ਆ। ਅੱਛਾ। ਹਾਂਜੀ ਹਾਂਜੀ, ਰੈਗੂਲਰ ਮਿਲ ਰਹੇ ਆ। ਤੇ ਫਿਰ ਤਾਂ ਕਲਾਸ ਵੀ ਲਗਾਈ ਹੋਣੀ ਤੁਸੀਂ, ਜਿਵੇਂ ਡਾਕਟਰ ਭੁੱਲਰ ਨੇ? ਸੈਸ਼ਨ ਰੱਖਿਆ ਗਿਆ ਸਾਡੇ ਘਰ ਦੇ ਵਿੱਚ ਹੀ, ਅਸੀਂ ਬੜੀ ਖੁਸ਼ੀ ਆਰਗੇਨਾਈਜ਼ ਕੀਤਾ ਸਾਰਾ ਕੁਝ। ਤਾਂ ਇੱਥੋਂ ਡਾਕਟਰ ਨਾਗੀ ਸਾਹਿਬ ਉਹ ਗਏ ਤੇ ਨਾਲ ਉਹਨਾਂ ਦੀ ਟੀਮ ਦੇ ਮੈਂਬਰ ਗਏ, ਤਾਂ ਉੱਥੇ ਅਸੀਂ ਸੈਸ਼ਨ ਲਗਾਇਆ ਸਾਡੇ ਘਰ ਦੇ ਵਿੱਚ। ਤਾਂ ਉੱਥੇ ਸਾਡੇ ਰਿਸ਼ਤੇਦਾਰ ਵੀ ਆਏ, ਸਾਡੇ ਪਿੰਡ ਦੇ ਵਿੱਚੋਂ ਵੀ ਲੋਕ ਆਏ, ਤਾਂ ਸਾਰਿਆਂ ਨੇ ਰਿਜ਼ਲਟ ਦੇਖ ਕੇ ਬਹੁਤ ਹੈਰਾਨ ਹੋਏ। ਤਾਂ ਜਿਨ੍ਹਾਂ ਨੇ ਸ਼ੁਰੂ ਕਰਨਾ ਸੀ ਟ੍ਰੀਟਮੈਂਟ ਵੀ ਸ਼ੁਰੂ ਕੀਤਾ, ਸਾਰਿਆਂ ਨੂੰ ਰਿਜ਼ਲਟ ਮਿਲ ਰਿਹਾ ਬਹੁਤ ਵਧੀਆ। ਤੇ ਤੁਹਾਡੇ ਮਹਿਕਮੇ ਵਾਲੇ ਤਾਂ ਵੈਸੇ ਅਸਲ ਪੁਲਿਸ ਵਾਲੇ ਤਾਂ ਮੰਨਦੇ ਨਹੀਂ ਹੁੰਦੇ ਇਹ ਗੱਲਾਂ ਨੂੰ, ਮੰਨ ਗਏ ਉਹ ਵੀ? ਹਾਂਜੀ ਬਿਲਕੁਲ। ਜਦੋਂ ਇਸ ਸਾਰੇ ਜੋ ਚੱਲ ਰਿਹਾ ਸੀ ਇਹ ਚੱਕਰਵਿਊ, ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਸੀਗਾ, ਕਿਉਂਕਿ ਵਾਰ-ਵਾਰ ਛੁੱਟੀ ਲੈਣੀ, ਵਾਰ-ਵਾਰ ਨਾਲਦਿਆਂ ਨੇ ਪਤਾ ਕਰਨਾ ਤੇਰੀ ਬੇਟੀ ਦਾ ਕੀ ਹਾਲ ਹੈ, ਤੇਰੀ ਬੇਟੀ ਦਾ ਕੀ ਹਾਲ ਹੈ। ਇਸ ਦੌਰਾਨ ਜਦੋਂ ਬੇਟੀ ਐਡਮਿਟ ਸੀ PGI, ਤਾਂ ਉੱਧਰੋਂ ਬੋਨ ਮੈਰੋ ਟ੍ਰਾਂਸਪਲਾਂਟ ਵਾਸਤੇ ਪ੍ਰੋਸੀਜਰ ਚੱਲ ਰਿਹਾ ਸੀਗਾ। ਹਾਂਜੀ, ਸਭ ਕੁਛ ਸਾਰੇ ਗਰੁੱਪਾਂ 'ਚ ਸ਼ੇਅਰ ਕੀਤਾ ਸੀਗਾ ਆਪਦੇ ਡਿਪਾਰਟਮੈਂਟ ਦੇ ਵੀ ਜਿੱਥੋਂ ਵੀ ਮਦਦ ਹੋ ਸਕੇ ਕਿਸੇ ਤਰੀਕੇ ਨਾਲ। ਪਰ ਇੰਨੀ ਰਕਮ ਸੁਣ ਕੇ ਅਫਸਰਾਂ ਦੇ ਵੀ ਕੰਨ ਖੜੇ ਹੋ ਜਾਂਦੇ ਸੀ ਵੀ ਇੰਨੀ ਮਦਦ ਕਿਵੇਂ ਹੋ ਸਕੇਗੀ ਡਿਪਾਰਟਮੈਂਟ ਦੇ ਵਿੱਚੋਂ। ਤੇ ਜਦੋਂ ਬੱਚੇ ਦੇ ਵਾਸਤੇ ਡੋਨਰ ਦੀ ਲੋੜ ਸੀ, ਉਦੋਂ ਮੈਂ ਉੱਥੇ ਚੰਡੀਗੜ੍ਹ ਬੈਠੇ ਨੇ ਆਰਗੇਨਾਈਜ਼ ਕਰਵਾਇਆ, ਉੱਥੋਂ DMC ਤੋਂ ਜਸਲੀਨ ਮੈਡਮ ਨੇ, ਅਰਜਨਵੀਰ ਫਾਊਂਡੇਸ਼ਨ ਹੈ ਉਹਨਾਂ ਦਾ, ਉਹ ਆਏ ਸੀ ਇੱਥੇ ਸਰਦੂਲਗੜ੍ਹ, ਸਾਡਾ ਹੋਮ ਟਾਊਨ ਹੈ ਲਾਗੇ ਪੰਜਾਬ 'ਚ ਹੀ, ਮਾਨਸਾ 'ਚ ਪੈਂਦਾ। ਉੱਥੇ 50 ਤੋਂ 60 ਜਣਿਆਂ ਦੇ ਕਰੀਬ ਉਹ ਸੈਂਪਲ ਲੈ ਕੇ ਗਏ ਸੀਗੇ ਇਹਦੇ HLA ਮੈਚਿੰਗ ਵਾਸਤੇ। HLA ਟਾਈਪਿੰਗ ਲਈ ਅਮਰੀਕਾ ਭੇਜਦੇ ਨੇ, ਤੇ ਉਹ ਭੇਜੇ ਸੀਗੇ। 50-60 ਹਜ਼ਾਰ ਰੁਪਈਆ ਉਹਦੇ 'ਤੇ ਵੀ ਖਰਚਾ ਆਇਆ ਸੀਗਾ ਜੀ। ਉਹ ਬਸ ਇਹਦੀ ਬਦਕਿਸਮਤੀ ਵੀ ਉਹਦੇ ਵਿੱਚੋਂ ਵੀ ਕਿਸੇ ਦਾ ਵੀ ਮੈਚ ਨਹੀਂ ਕਰਿਆ ਇਸ ਬੱਚੇ ਨਾਲ, HLA ਮੈਚ ਨਹੀਂ ਕਰਿਆ। ਉਹਦੇ ਵਿੱਚ ਸਾਡੇ ਚਲੋ ਫੈਮਿਲੀ ਮੈਂਬਰ ਵੀ ਹੈਗੇ ਸੀਗੇ, ਮੇਰੇ ਸਹੁਰਾ ਪਰਿਵਾਰ ਤੋਂ ਮੇਰੇ ਘਰ ਦੇ ਮੈਂਬਰ ਵੀ ਸੀਗੇ, ਮੇਰੀ ਸਿਸਟਰ ਵੀ ਸੀਗੀ, ਬ੍ਰਦਰ ਵੀ ਸੀਗੇ ਵੱਡੇ, ਕਿਸੇ ਦਾ ਵੀ ਮੈਚ ਨਹੀਂ ਕਰਿਆ ਜੀ। ਈਵਨ ਕਿ ਸਾਡਾ ਖੁਦ ਦਾ ਦੋਵਾਂ ਦਾ ਵੀ ਨਹੀਂ ਕਰਿਆ ਮੈਚ। ਹਾਂਜੀ। ਤੇ ਪੁਲਿਸ ਵਾਲਿਆਂ ਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸੁਭਾਅ ਸ਼ੱਕ ਕਰਨਾ ਤੇ ਸਬੂਤ ਮੰਗਣਾ ਵੀ ਲਿਆਓ ਜੀ ਸਬੂਤ ਦੱਸੋ ਵੀ ਕਿਵੇਂ ਹੋਇਆ, ਤੇ ਤੁਹਾਡੇ ਤੋਂ ਵੀ ਮੰਗਿਆ, ਸ਼ੱਕ ਤੁਹਾਡੇ ਤੇ ਵੀ ਕੀਤਾ ਵੀ ਉਹੀ ਭਕਾਈ ਤਾਂ ਨਹੀਂ ਮਾਰੀ ਜਾਂਦੇ? ਨਹੀਂ ਜੀ, ਇਹ ਤੇ ਜਦੋਂ ਮੈਂ ਖੁਸ਼ ਰਹਿਣ ਲੱਗ ਪਿਆ, ਜਦੋਂ ਕਿਸੇ ਨੇ ਪੁੱਛਣਾ, ਹੁਣ ਅੱਗੇ ਮੈਂ ਹਮੇਸ਼ਾ ਕਹਿੰਦਾ ਸੀ ਵੀ ਹਾਂ ਗੁੜੀਆ ਦਾਖਲ ਆ, ਮੈਂ ਉੱਥੇ ਚੱਲਿਆ, ਬੜਾ ਤੰਗ ਆ ਇਹ ਉਹ, ਪਰ ਹੁਣ ਜਦੋਂ ਵੀ ਮੇਰੇ ਮਨ 'ਚ ਵੀ ਖੁਸ਼ੀ ਆ ਗਈ, ਮੇਰੇ ਅੰਦਾਜ਼ਾ ਲੱਗ ਜਾਂਦਾ ਅਗਲਿਆਂ ਨੂੰ ਵੇਖ ਕੇ ਵੀ ਹਾਂ ਹੁਣ ਠੀਕ ਹੈ। ਅੱਗੇ ਕਿਸੇ ਨੇ ਪੁੱਛਣਾ ਤੇਰੀ ਬੇਟੀ ਦਾ ਕੀ ਹਾਲ ਹੈ, ਮੈਂ ਕਹਿਣਾ ਚੰਡੀਗੜ੍ਹ ਚੱਲਿਆ, ਬਿਮਾਰ ਹੈ, ਐਡਮਿਟ ਹੈ। ਹੁਣ ਕੋਈ ਪੁੱਛਦਾ ਤੇ ਕਹੀਦਾ, ਹਮੇਸ਼ਾ ਕਹੀਦਾ ਵੀ ਹਾਂ ਠੀਕ ਹੈ, ਘਰੇ ਆ, ਵਧੀਆ ਹੱਸਦੀ ਖੇਡਦੀ ਹੈ, ਤੇ ਕੋਈ ਨਹੀਂ ਸ਼ੱਕ ਕਰਦਾ ਜੀ, ਬਿਲਕੁਲ ਸਪੋਰਟ ਕਰਦੇ ਨੇ ਸਾਰੇ। ਤੇ ਕੋਈ ਇੱਥੇ ਪੁਲਿਸ ਮਹਿਕਮੇ ਦੇ ਵਿੱਚੋਂ ਵੀ ਤੁਸੀਂ ਲਿਆਏ ਫਿਰ ਬੰਦੇ ਇੱਥੇ ਠੀਕ ਹੋਣ ਲਈ? ਹਾਂਜੀ, ਫੋਨ ਬਹੁਤ ਫੋਨ ਆਏ ਮੈਨੂੰ, ਤੇ ਮੈਂ ਸਾਰਿਆਂ ਨੂੰ ਸੁਜੈਸਟ ਕੀਤਾ। ਜਦੋਂ ਨਾਗੀ ਸਾਹਿਬ ਜਾਂਦੇ ਹੁੰਦੇ ਸੀ ਸਾਡੇ ਏਰੀਏ ਦੇ ਵਿੱਚ, ਵਿਜ਼ਿਟ ਕਰਦੇ ਸੀਗੇ, ਤੇ ਕਾਫੀ ਪੁਲਿਸ ਵਾਲਿਆਂ ਨੇ ਵੀ ਲਈ ਹੈ ਜੀ ਦਵਾਈ। ਹਾਂਜੀ। ਅੱਛਾ, ਹੁਣ ਇੱਕ ਮਾਂ, ਉਹਨਾਂ ਮਾਵਾਂ ਨੂੰ, ਉਹਨਾਂ ਪਿਤਾ ਨੂੰ ਕੀ ਕਹਿਣਾ ਚਾਹੇਗੀ ਜਿਨ੍ਹਾਂ ਦੇ ਬੱਚੇ
ਬਹੁਤ ਬਿਮਾਰ ਨੇ, ਜਿਹੜੇ ਸਾਰੇ ਪਾਸੋਂ ਹਾਰ ਚੁੱਕੇ ਨੇ, ਇੱਕ ਮਾਂ ਕੀ ਕਹਿਣਾ ਚਾਹੀਦੀ? ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਜੋ ਡਾਕਟਰ ਤਾਂ ਆਪਾਂ ਨੂੰ ਇਹੀ ਗੱਲ ਕਹਿੰਦੇ ਆ, ਬਸ ਆਪਾਂ ਹਾਰ ਚੁੱਕੇ ਹਾਂ। ਉਹਨਾਂ ਦੀਆਂ ਗੱਲਾਂ ਸੁਣ ਕੇ ਆਪਾਂ ਨੂੰ ਐਂ ਲੱਗਦਾ ਵੀ ਆਪਾਂ ਹਾਰ ਚੁੱਕੇ ਹਾਂ, ਪਰ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਆਸ ਹੈ, ਜੇ ਆਪਾਂ ਵੈਲਥ ਕੇਅਰ ਦੇ ਨਾਲ ਜੁੜਦੇ ਹਾਂ ਤਾਂ ਬਹੁਤ ਵੱਡੀ ਆਸ ਹੈ। ਜੋ ਸਾਨੂੰ ਮਿਲਿਆ ਉਹ ਸਭਨਾਂ ਨੂੰ ਮਿਲੇ, ਔਰ ਵੈਲਥ ਕੇਅਰ ਦੇ ਨਾਲ ਜੁੜੋ ਤੇ ਬਿਮਾਰੀਆਂ ਤੋਂ ਜ਼ਰੂਰ ਨਿਜਾਤ ਮਿਲੇਗੀ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਵੱਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ, ਤਜਰਬਾ ਸਾਂਝਾ ਕੀਤਾ, ਆਪਣਾ ਮਾਨਸਿਕ ਤੇ ਸਰੀਰਕ ਪੀੜਾ ਸਾਂਝੀ ਕੀਤੀ। ਉਮੀਦ ਕਰਦੇ ਹਾਂ ਕਿ ਤੁਹਾਡਾ ਪੂਰਾ ਪਰਿਵਾਰ ਤੰਦਰੁਸਤੀ ਵਾਲਾ ਜੀਵਨ ਹੰਢਾਏਗਾ, ਤੇ ਸਾਡੇ ਵੱਲੋਂ ਤੁਹਾਨੂੰ ਦੋਵਾਂ ਨੂੰ ਸ਼ੁਭ ਕਾਮਨਾਵਾਂ ਤੇ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਧੰਨਵਾਦ। ਸੋ ਇਹ ਸਨ ਇੱਕ ਅਜਿਹੇ ਮਾਂ-ਬਾਪ ਜਿਨ੍ਹਾਂ ਨੇ ਲੰਮਾ ਸਮਾਂ ਆਪਣੇ ਬੱਚੇ ਦੀ ਬਿਮਾਰੀ ਨਾਲ ਨਾ ਸਿਰਫ ਸਰੀਰਕ ਬਲਕਿ ਮਾਨਸਿਕ ਸੰਤਾਪ ਵੀ ਭੋਗਿਆ। ਉਦਾਹਰਣ ਹੈ ਤੁਹਾਡੇ ਸਾਹਮਣੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਆਪ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਬੱਚੇ ਨੂੰ ਬੋਨ ਮੈਰੋ ਦੀ ਇੱਕ ਡਿਜ਼ੀਜ਼ ਹੋਈ, ਬਿਮਾਰੀ ਹੋਈ। ਉਸ ਬਿਮਾਰੀ ਤੋਂ ਬਾਅਦ ਉਹ ਕਿਸ ਤਰੀਕੇ ਦੇ ਨਾਲ ਕਿੱਥੋਂ ਸ਼ੁਰੂ ਹੋ ਕੇ ਕਿਸ ਲੈਵਲ ਦੇ ਡਾਕਟਰਾਂ ਦੇ ਕੋਲ ਗਏ, ਉਹਨਾਂ ਨੇ ਡਾਕਟਰਾਂ ਕੋਲ ਜਾ ਕੇ ਕਿਸ ਤਰੀਕੇ ਦੇ ਨਾਲ ਇਲਾਜ ਸ਼ੁਰੂ ਕੀਤਾ, ਕਿੰਨਾ ਪੈਸਾ ਉਹ ਖਰਚ ਕਰ ਚੁੱਕੇ ਸੀ, ਕਿਸ ਤਰੀਕੇ ਦੇ ਕੰਡੀਸ਼ਨਾਂ ਦੇ ਵਿੱਚੋਂ ਲੰਘ ਕੇ ਉਹ ਇਲਾਜ ਦੇ ਵਿੱਚ ਪਹੁੰਚੇ। ਕੀਮੋਥੈਰੇਪੀ ਜਿਹੜੇ ਬੱਚੇ ਨੂੰ, ਛੋਟੇ ਜਿਹੇ ਬੱਚੇ ਨੂੰ 7 ਵਾਰੀ ਕੀਮੋਥੈਰੇਪੀ ਉਹਦੀ ਹੋਈ, ਕਿਸ ਕੰਡੀਸ਼ਨ 'ਚ ਪਹੁੰਚ ਗਿਆ ਸੀ ਬੱਚਾ ਜਦੋਂ ਕੀਮੋਥੈਰੇਪੀ ਹੋ ਚੁੱਕੀ ਸੀ। ਮਾਂ-ਬਾਪ ਨੂੰ 35 ਲੱਖ ਰੁਪਈਆ 40 ਲੱਖ ਰੁਪਇਆ ਕਹਿ ਦਿੱਤਾ ਸੀਗਾ। ਡੋਨਰ ਜੇ ਆਉਂਦਾ ਤਾਂ ਸ਼ਾਇਦ ਉਸ ਨੂੰ ਵੀ 10-15 ਲੱਖ ਰੁਪਇਆ ਦੇਣਾ ਪੈਂਦਾ, ਤਾਂ 40-50 ਲੱਖ ਰੁਪਈਆ ਜਿਹੜਾ ਸੀਗਾ ਉਹਨਾਂ ਦਾ ਖਰਚਾ 5-6 ਲੱਖ ਰੁਪਏ ਪਹਿਲਾਂ ਖਰਚ ਚੁੱਕੇ ਸੀਗੇ। ਮਾਨਸਿਕ ਪੀੜਾ ਦੇ ਵਿੱਚੋਂ ਇੱਕ ਜਦੋਂ ਲੰਘਦਾ, ਮਾਤਾ ਪਿਤਾ ਹੀ ਜਾਣਦੇ ਨੇ ਕਿ ਉਹ ਪੀੜਾ ਕੀ ਹੁੰਦੀ ਹੈ। ਉਹ ਪੀੜਾ ਇਹਨਾਂ ਨੇ ਹੰਢਾਈ ਹੈ। ਮੈਨੂੰ ਸੁਣ ਕੇ ਵੀ ਇਸ ਚੀਜ਼ ਦੇ ਮੈਂ ਇਮੋਸ਼ਨਲ ਹੋ ਗਿਆ ਸੀ ਜਦੋਂ ਬੱਚੇ ਬਾਰੇ ਸੁਣਿਆ ਸੀਗਾ ਇਸ ਤਰ੍ਹਾਂ। ਤਾਂ ਆਪ ਜਿਨ੍ਹਾਂ ਨੇ ਹੰਢਾਇਆ ਇਹ ਸਾਰਾ ਕੁਝ ਆਪਣੇ ਪਿੰਡੇ 'ਤੇ, ਆਪਣੀ ਮਾਨਸਿਕ ਅਵਸਥਾ ਦੇ ਉੱਤੇ, ਉਹ ਇਹਨਾਂ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ। ਅਤੇ ਕਿਸ ਤਰੀਕੇ ਦੇ ਨਾਲ ਫਿਰ ਉਸ ਤੋਂ ਬਾਅਦ ਇਹ ਡਾਕਟਰ ਭੁੱਲਰ ਨੂੰ ਮਿਲੇ। ਡਾਕਟਰ ਭੁੱਲਰ ਨੇ ਇਹਨਾਂ ਦਾ ਇਲਾਜ ਕਿਸ ਤਰੀਕੇ ਨਾਲ ਕੀਤਾ, ਕਿੰਨਾ ਪੈਸਾ ਇਹ ਪਹਿਲਾਂ ਖਰਚ ਚੁੱਕੇ ਸੀ ਅਤੇ ਕਿੰਨੇ ਕੁ ਦੇ ਵਿੱਚ ਇਹਨਾਂ ਦਾ ਇਲਾਜ ਹੋ ਗਿਆ, ਕਿੰਨੇ ਦੇ ਵਿੱਚ ਅੱਜ ਇਹਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਆਈ ਹੈ, ਇਹ ਤੁਹਾਡੇ ਸਾਹਮਣੇ ਆ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਹੋਰਾਂ ਨੂੰ ਵੀ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।